ਓੰਕਾਰ ਸਤਿਗੁਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ਸੁਨਹਿ ਸੁਨ ਮਿਲਿਆ ਸਮਦਰਸੀ ਸੁਨ ਹੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਿਗੇ ਉਦਕ ਸਮੁੰਦ ਸਲਲ ਕੀ ਸਖਿਆ ਨਦੀ ਤਰੰਗ ਸਮਾਵਹਿਗੇ ਸੁਨ ਹੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਿਗੇ ਬਹੁਰ ਹਮ ਕਾਹੀ ਆਵਹਿਗੇ ਆਵਨ ਜਾਣਾ ਹੁਕਮ ਤਿਸੇ ਕਾ ਹੁਕਮੈ ਬੂਝ ਸਮਾਵਹਿਗੇ ਬੌਰ ਹਮ ਕਾਹੀ ਆਵਹਿਗੇ ਆਣ ਜਾਣਾ ਹੁਕਮ ਤਿਸੇ ਕਾ ਹੁਕਮੈ ਬੂਝ ਸਮਾਵਹਿਗੇ ਹੁਕਮੈ ਬੂਝ ਸਮਾਵਹਿਗੇ ਗੁਰੂ ਅਦਬ ਵਿੱਚ ਗੁਰੂ ਸਤਿਕਾਰ ਵਿੱਚ ਜੁੜ ਬੈਠੇ ਮਾਈ ਅਤੇ ਭਾਈ ਸਤ ਸੰਗੀ ਜਨ ਅਸੀਸ ਲਓ ਸਤਿਗੁਰੂਆਂ ਦੀ ਅੰਦਰੋਂ ਭਿੱਜ ਕੇ ਜੁੜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਵ ਮਹਾਰਾਜ ਕੀ ਜੈ। श्री चंद्र भगवान साहब जी की जय। गुरु कृपा करन मेहर करन सानू ब्रह्म ज्ञान दी सोझी आ जाए, समझ आ जाए। गुरु दया करन, गुरु मेहर करन, इस ब्रह्म ज्ञान की जो चाल है, जो ये मार्ग है, इहदे ते चलण दा साडा सुभाग बन जावे। गुरु दया करन, गुरु मेहर करन, इस मार्ग ते चलण वास्ते साडी बाजू, साडा हाथ कोई अगों आके फड़ लवे
ऐसी भावना नाल, ऐसी दृष्टि नाल असी सत्संग करना भी ते सुनना भी। साडा मनोरथ, सत्संग दा मनोरथ ज्ञान दा शिखर सोना नहीं है। सत्संग दा मनोरथ ज्ञान दे शिखर नूं सोना नहीं है कि भाई सिरे दा ज्ञान असी हासिल करना है, सुनना है जां जानना। सत्संग दा भाव मिटना, भुलना। जेड़ी समझ साडे जीवन नूं डोबण विच कोई कसर नहीं छड्डी, जेड़ी समझ ने संसार सागर दे चिक्कड़ विच, समुंदर विच सानू खचत कर दिता है, दुख रोग ला दिते ने। साडी चेता शक्ति दी कोई कोना खाली नहीं छड्डिया जिहदे विच ये चिक्कड़, ये मैल नहीं लगी। अंताकरण पहला मैला सी, कुछ होर हो गया, इनू मिटाउणा। ये मिटेगा, ये माड़े हरफ ने, हरफ कहंदे ने अखर नूं, ये माड़े अखर रब होणगे, माड़े अखर मिट जाणगे तां इहदे उत्ते एक सुगंधीदार, एक प्रेम वाला गीत लिखिया जाएगा। वो गीत, वो संगीत, वो बोल अलाही होणगे जेड़े सानू उस इलाही ब्रह्म तक ले जाणगे। जदों तक किसी बर्तन दे विच पहलां तो पई हुई चीज, पहलां तो पई हुई वस्तु खाली नहीं हुंदी, उदों तक उहदे विच कोई नवी वस्तु पाई नहीं जा सकती। वेदां शास्त्रां ते गुरबाणी दे विच जिक्र है, उत्तम वस्तु अगर किसी भांडे विच पाउणी है, सियाणियां दा खाण भी है, शेरनी दा दुध सोने दे भांडे च टिकदा है। कहण दा भाव जो प्रेम है, जो प्यार है, जो सुगंधी है, सुगंधी ते दुर्गंधी, सच ते झूठ, प्रेम ते दूषणबाजी, दुश्मनी एक भांडे विच नहीं समा सकती। जिवें उत्तम सुच्चा दुध होवे, जिहड़ा बड़ी मेहनत नाल आपां जानवरां तों लैंदे आ, गऊ दा दुध होवे, मझ दा, भैंस दा दुध होवे, माड़े भांडे विच पै जावे, ओदी आजू ज्यादा नहीं। माड़े बर्तन दा जो सुभाव है, उस दुध नूं अपने नाल मिला लेगा। जिवें कोई खट्टे वाला बर्तन, लस्सी वाली चाटी या कोई बर्तन होवे, उन्होंने धोता ना होवे ते उहदे विच दुध पा दिओ ते थोड़े टाइम दे विच वो दुध भी लस्सी विच, दही विच तब्दील हो जाए। जे तुसी साडे वचनां नूं सच करके मन्नोगे, ये यकीन रखो, ये वचन ही तुहानूं ब्रह्म तक ले जाणगे।
ਬਹੁਤੇ ਵੇਦ ਸ਼ਾਸਤਰ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ। ਬਹੁਤਾ ਜ਼ਿਆਦਾ ਆਪਦੇ ਦਿਮਾਗ ਤੇ ਬੋਝ ਪਾਉਣਾ, ਬਹੁਤੇ ਰਸਤੇ ਢੂੰਡਣੇ, ਬਹੁਤੇ ਮੰਤਰ ਢੂੰਡਣੇ, ਬਹੁਤੇ ਆਸਣ ਲਾਉਣੇ ਨਹੀਂ ਪੈਣਗੇ। ਸੰਤ ਦਾ ਕਾਰਜ ਹੁੰਦਾ ਹੈ, ਕੰਮ ਹੁੰਦਾ ਹੈ, ਇਸ ਬ੍ਰਹਮ ਮਾਰਗ ਨੂੰ, ਸੰਸਾਰ ਨੂੰ ਸੌਖਾ ਕਰਕੇ ਪੇਸ਼ ਕਰਨਾ, ਸੌਖਾ ਕਰਕੇ ਦੱਸਣਾ। ਐਸਾ ਮਾਰਗ ਬਣਾ ਕੇ ਦੇਣਾ ਜਿਹਦੇ ਨਾਲ ਉਹਦਾ ਸੰਸਾਰ ਦਾ ਕੰਮ ਕਾਜ ਵੀ ਹੋ ਜਾਏ, ਧਨ ਰਿਜ਼ਕ ਵੀ ਪ੍ਰਾਪਤ ਹੋ ਜਾਏ, ਆਪਦੀਆਂ ਜ਼ਿੰਮੇਵਾਰੀਆਂ ਵੀ ਜੀਵ ਨਿਭਾ ਲਵੇ, ਤੇ ਉਹਦੇ ਨਾਲ ਨਾਲ ਉਹਨੂੰ ਬ੍ਰਹਮ ਦੀ ਪ੍ਰਾਪਤੀ ਵੀ ਹੋ ਜਾਏ। ਇਸ ਕਰਕੇ ਆਪ ਜੀ ਨੂੰ ਵਚਨ ਕਰ ਰਿਹਾ ਸੀ, ਇਹ ਜੋ ਬ੍ਰਹਮ ਗਿਆਨ ਹੈ, ਜਿਸ ਜੀਵ ਵਿੱਚ, ਜਿਸ ਇਨਸਾਨ ਦੇ ਅੰਦਰ ਹਉਮੈ ਦਾ ਰੋਗ ਹੈ, ਮੈਂ ਦਾ ਰੋਗ ਹੈ, ਇਹ ਬ੍ਰਹਮ ਗਿਆਨ ਉਹਦੇ ਅੰਦਰ ਨਹੀਂ ਟਿਕਣਾ। ਸੁਣ ਵੀ ਲਏਗਾ, ਘੰਟੇ 2 ਘੰਟਿਆਂ 'ਚ ਇਹਦਾ ਅਸਰ ਖਤਮ ਹੋ ਜਾਏਗਾ। ਫਿਰ ਐਸਾ ਕੀ ਕੀਤਾ ਜਾਵੇ ਜਿਹਦੇ ਨਾਲ ਬ੍ਰਹਮ ਗਿਆਨ ਸਰਵਣ ਤਾਂ ਕਰਦੇ ਆ, ਹਉਮੈ ਦੇ ਕਾਰਨ ਉਹ ਬ੍ਰਹਮ ਗਿਆਨ ਜਿਹੜਾ ਅਸੀਂ ਸ਼ੁੱਧ ਗਿਆਨ ਲਿਆ ਹੁੰਦਾ ਹੈ, ਉਹ ਸਾਡਾ ਕੁਝ ਸਮੇਂ ਬਾਅਦ ਮਿੱਟੀ ਹੋ ਜਾਂਦਾ ਹੈ। ਤੇ ਸਤਿਗੁਰ ਕਹਿੰਦੇ ਨੇ, ਦੁੱਧ ਨੂੰ ਜਾਣਾ ਹੋਵੇ ਤੇ ਭਾਂਡੇ ਨੂੰ ਸਵਾਰ ਕੇ ਧੋ ਲਓ, ਧੋ ਕਰਕੇ ਉਹਨੂੰ ਧੂਪ ਦਿਓ, ਮਤਲਬ ਸਵਾਰੋ, ਪੂੰਝੋ, ਸਾਫ਼ ਕਰੋ, ਉਹਦੇ ਚ ਸੁਗੰਧੀ ਪੈਦਾ ਕਰੋ, ਉਹਦੇ ਚੋਂ ਖੁਸ਼ਬੂ ਲੈ ਕੇ ਦੇਖੋ, ਖੱਟੇ ਦੀ ਖੁਸ਼ਬੂ ਤਾਂ ਨਹੀਂ ਆਉਂਦੀ, ਬਦਬੂ ਤਾਂ ਨਹੀਂ ਆਉਂਦੀ। ਫਿਰ ਉਹਦੇ ਵਿੱਚ ਵਸਤ ਪਾਓ, ਫਿਰ ਉਹਦਾ ਤੁਹਾਨੂੰ ਲਾਭ ਪ੍ਰਾਪਤ ਹੋਏਗਾ। ਮਨ ਮੈੜਾ ਹੈ, ਅੰਦਰ ਦੂਜਾ ਭਾਵ ਹੈ, ਸੰਸਾਰ ਦਾ ਚਿੱਕੜ ਹੈ, ਅੰਤःਕਰਨ ਮੈੜਾ ਹੈ। ਇਸੇ ਕਰਕੇ ਸਾਡੇ ਅੰਦਰ ਬ੍ਰਹਮ ਗਿਆਨ ਟਿਕ ਨਹੀਂ ਰਿਹਾ। ਬਾਕੀ ਜੀਵ ਕੋਈ ਵੀ ਗਿਆਨ ਲੈਣ ਦਾ ਯਤਨ ਕਰਦਾ ਹੈ, ਉਹਦੇ ਅੰਦਰ ਪਹਿਲੀ ਵਾਰ 20-25-30% ਉਹਨੂੰ ਭੇਦ ਆ ਜਾਂਦਾ। ਕੋਈ ਇਨਸਾਨ ਹੈ, ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਉਹ ਡਰਾਈਵਿੰਗ ਸਕੂਲ 'ਚ ਗਿਆ, ਉੱਥੇ ਜਾ ਕੇ ਉਹਨੇ ਆਪਦਾ ਐਡਮਿਸ਼ਨ ਕਰਾਈ। ਪਹਿਲੇ ਦਿਨ ਜਦੋਂ ਉਹਨੂੰ ਗੱਡੀ ਚਲਾਉਣ ਵਾਲਾ ਡਰਾਈਵਰ ਗੱਡੀ ਬਾਰੇ ਜਾਣਕਾਰੀ ਦਿੰਦਾ ਹੈ, ਤਕਰੀਬਨ ਕਾਫੀ ਸਮਝ ਉਹਨੂੰ ਪਹਿਲੇ ਦਿਨ ਹੀ ਆ ਜਾਂਦੀ ਹੈ। ਮਹੀਨਾ 15 ਦਿਨਾਂ ਦੇ ਵਿੱਚ ਉਹ ਗੱਡੀ ਚਲਾਉਣ ਜੋਗਾ ਹੋ ਜਾਂਦਾ, ਭਜਾਈ ਫਿਰਦਾ। ਇਸੇ ਤਰ੍ਹਾਂ ਕੋਈ ਹੋਰ ਕੰਮ ਸਿੱਖਣਾ ਹੈ ਤੁਸੀਂ, ਅੱਜ ਕੱਲ੍ਹ ਦੇ ਅਜੋਕੇ ਸਮੇਂ 'ਚ ਕੋਈ ਮਸ਼ੀਨ ਚਲਾਣੀ ਸਿੱਖਣੀ ਹੈ, ਕੋਈ ਕੱਪੜਾ ਸਿਲਾਈ ਸਿੱਖਣੀ ਹੈ, ਕੋਈ ਹੋਰ ਰੋਜ਼ਗਾਰ ਵਾਸਤੇ ਕੰਮ ਸਿੱਖਣਾ ਹੈ, ਮਕੈਨਿਕ ਦਾ ਕੰਮ ਸਿੱਖਣਾ ਹੈ, ਬਿਜਲੀ ਦਾ ਕੰਮ ਸਿੱਖਣਾ ਹੈ, ਬੰਦਾ ਮਹੀਨੇ 2 ਮਹੀਨਿਆਂ ਦੇ ਵਿੱਚ ਉਹ ਕੰਮ ਸਿੱਖ ਜਾਂਦਾ। ਉਹ ਕਿਉਂ ਸਿੱਖ ਜਾਂਦਾ ਹੈ? ਉਹ ਸੰਸਾਰਕ ਕੰਮ ਹੈ, ਉਹਦਾ ਹਉਮੈ ਨਾਲ ਕੋਈ ਮਤਲਬ ਨਹੀਂ। ਹਉਮੈ ਬੰਦੇ ਦੇ ਵਿੱਚ ਜਿੰਨੀ ਮਰਜ਼ੀ ਹੋਵੇ, ਉਹ ਗਿਆਨ ਉਹਦੇ ਨਾਲ ਸਹਿਮਤ ਹੋ ਜਾਂਦਾ ਹੈ, ਐਡਜਸਟ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਜੋ ਬ੍ਰਹਮ ਗਿਆਨ ਹੈ, ਇਹ ਸੰਸਾਰ ਦੇ ਗਿਆਨ ਦੇ ਵਿਪਰੀਤ ਹੈ, ਉਲਟ ਹੈ, ਉਹਦਾ ਤੋੜ ਹੈ, ਉਹਦੀ ਕਾਟ ਹੈ। ਜਿਵੇਂ ਦੁੱਧ ਤੇ ਲੱਸੀ ਦੀ ਟੱਕਰ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਤੇ ਸੰਸਾਰਕ ਗਿਆਨ ਦਾ ਆਪਸ ਵਿੱਚ ਵਿਰੋਧ ਹੈ।
ਬ੍ਰਹਮ ਗਿਆਨ ਤੁਹਾਨੂੰ ਤੁਹਾਡੇ ਮੂਲ ਵੱਲ ਲੈ ਕੇ ਜਾਂਦਾ ਹੈ, ਜਿੱਥੋਂ ਤੁਹਾਡੀ ਆਤਮਾ ਦਾ ਨਿਰਮਾਣ ਹੋਇਆ, ਜਿੱਥੋਂ ਤੁਹਾਡੀ ਆਤਮਾ ਹੋਂਦ ਵਿੱਚ ਆਈ ਹੈ। ਕਾਰਨ ਕੁਛ ਵੀ ਰਹੇ ਹੋਣ, ਅੱਜ ਤੁਸੀਂ ਸੰਸਾਰ ਵਿੱਚ ਚੋਟਾਂ ਖਾ ਰਹੇ ਹੋ, ਜਨਮ ਦਰ ਜਨਮ ਭੋਗ ਰਹੇ ਹੋ, ਬੁਰੀਆਂ ਮਾੜੀਆਂ ਚੰਗੀਆਂ ਸਾਰੀਆਂ ਜੂਨਾਂ ਪ੍ਰਾਪਤ ਕਰਕੇ ਅੱਜ ਤੁਹਾਨੂੰ ਵਾਰੀ ਮਿਲੀ ਹੈ ਮਨੁੱਖਾ ਜਾਮੇ ਦੀ। ਇਸ ਮਨੁੱਖਾ ਜਾਮੇ ਦੇ ਵਿੱਚ ਸੰਭਾਵਨਾ ਹੈ ਕਿ ਤੁਸੀਂ ਆਪਣੇ ਮੂਲ ਨਾਲ ਜੁੜ ਸਕਦੇ ਹੋ। ਉਹਦੇ ਜੁੜਨ ਦਾ ਤੁਹਾਨੂੰ ਲਾਭ ਇਹ ਹੋਏਗਾ, ਦੁਬਾਰਾ ਤੋਂ ਜਨਮ ਨਹੀਂ ਲੈਣਾ ਪਏਗਾ। ਦੁਬਾਰਾ ਤੋਂ ਜਨਮ ਨਹੀਂ ਹੋਏਗਾ ਤੇ ਕੋਈ ਦੁੱਖ ਨਹੀਂ ਰਹੇਗਾ, ਲੇਖਾ ਸਾਫ਼ ਹੋ ਜਾਏਗਾ, ਜਾਨ ਛੁੱਟ ਜਾਏਗੀ। ਬੰਧੂਆ ਮਜ਼ਦੂਰ ਦੀ ਤਰ੍ਹਾਂ ਤੁਹਾਡੇ ਕਰਮਾਂ ਨੇ ਤੁਹਾਨੂੰ ਬੰਨ ਲਿਆ। ਕਦੀ ਖੋਤਾ ਬਣਦੇ ਹੋ, ਸੂਰ ਬਣਦੇ ਹੋ, ਹਾਥੀ ਬਣਦੇ ਹੋ, ਕਦੇ ਮਛਲੀ ਬਣਦੇ ਹੋ, ਕੀੜੇ ਬਣਦੇ ਹੋ। ਵੱਖੋ ਵੱਖਰੀਆਂ ਜੂਨਾਂ ਦੇ ਵਿੱਚ ਪੈ ਕੇ ਸਜ਼ਾਵਾਂ ਭੋਗ ਕੇ ਫਿਰ ਕਿਤੇ ਵਾਰੀ ਆਉਂਦੀ ਹੈ ਮਨੁੱਖਾ ਜਾਮੇ ਦੀ। ਸੰਸਾਰਕ ਸੁੱਖਾਂ ਦੇ ਵਿੱਚ ਪੈ ਕੇ ਤੁਸੀਂ ਜੀਵਨ ਨੂੰ ਖਾ ਜਾਂਦੇ ਹੋ। ਕੌਡੀਆਂ ਦੇ ਬਦਲੇ ਹੀਰੇ ਵਰਗਾ ਜਨਮ ਤੁਸੀਂ ਗਵਾ ਲਿਆ, ਜਿਸ ਜਨਮ ਦੇ ਵਿੱਚ ਤੁਸੀਂ ਆਪਣਾ ਲੇਖਾ ਜੋਖਾ ਮੁਕਾ ਕੇ ਇਸ ਜੰਜਾਲ ਦੇ ਵਿੱਚੋਂ ਨਿਕਲ ਸਕਦੇ ਸੀ। ਉਹ ਛੋਟੇ ਛੋਟੇ ਸੰਸਾਰ ਦੇ ਰਸਾਂ ਨੇ ਤੁਹਾਡਾ ਸਮਾਂ ਖਾ ਲਿਆ। ਕੋਈ ਆਪਣੀ ਸਿਹਤ ਬਣਾਉਣ ਲੱਗ ਗਿਆ, ਕੋਈ ਬੋਡੀ ਬਿਲਡਰ ਬਣ ਗਿਆ, ਕੋਈ ਉੱਚ ਕੋਟੀ ਦੀ ਵਿਦਿਆ ਵੱਲ ਨੂੰ ਤੁਰ ਪਿਆ। ਕਿਸੇ ਦਾ ਟੀਚਾ IPS ਹੋ ਗਿਆ, ਕਿਸੇ ਦਾ PCS ਹੋ ਗਿਆ, ਕਿਸੇ ਦਾ ਬਿਜ਼ਨਸ ਵਿੱਚ ਟੌਪ ਕਰਨਾ ਹੋ ਗਿਆ, ਕਿਸੇ ਨੇ ਵਪਾਰੀ ਬਣਨਾ, ਕਿਸੇ ਨੇ ਨੌਕਰੀ, ਕੋਈ ਰਾਜਨੀਤੀ। ਵੱਖੋ ਵੱਖਰੇ ਸੰਸਾਰਕ ਰਸਾਂ ਤੇ ਕਸਾਂ ਦੇ ਵਿੱਚ ਪੈ ਕੇ ਬੰਦਾ ਆਪਦੇ ਮੂਲ ਕਰਤੱਵ ਨੂੰ ਭੁੱਲ ਗਿਆ। ਮੂਲ ਕਰਤੱਵ ਨੂੰ ਭੁੱਲਿਆ ਹੋਇਆ ਬੰਦਾ ਜਨਮ ਜੂਏ ਹਾਰ ਗਿਆ। ਬ੍ਰਹਮ ਦੀ ਬਾਣੀ ਇਹ ਗੱਲ ਕਹਿੰਦੀ ਹੈ, ਮੁੱਦਤਾਂ ਤੋਂ ਬਾਅਦ ਵਾਰੀ ਆਈ। ਇੱਕ ਇਮਾਰਤ ਸੀ, ਉਹ ਚਾਰ ਚੁਫੇਰਿਓਂ ਬੰਦ ਸੀ। ਉਸ ਇਮਾਰਤ ਨੂੰ ਇੱਕ ਦਰਵਾਜ਼ਾ ਸੀ ਤੇ ਨੇਰ ਕੋ ਪਕੇਰ, ਅੰਦਰ ਚਾਨਣ ਕੋਈ ਨਹੀਂ ਸੀ। ਤੇ ਟੋਹ ਕੇ, ਹੱਥ ਨਾਲ ਟੋਹ ਕੇ ਆਪਦੇ ਤਜਰਬੇ ਨਾਲ ਰਸਤਾ ਲੱਭਣਾ ਸੀ ਤੇ ਉਸ ਬਿਲਡਿੰਗ ਚੋਂ ਬਾਹਰ ਆਉਣਾ ਸੀ। ਬੰਦਾ ਤੁਰਦਾ ਆਇਆ, ਤੁਰਦਾ ਆਇਆ, ਤੁਰਦਾ ਆਇਆ। ਜਦੋਂ ਤੱਕ ਸੰਭਾਵਨਾ ਨਹੀਂ ਸੀ ਕਿਸੇ ਦਰਵਾਜ਼ੇ ਦੀ, ਉਦੋਂ ਤੱਕ ਤਾਂ ਹੱਥ ਨਾਲ ਟੋਹਦਾ ਆਇਆ ਵੀ ਕਿਤੇ ਦਰਵਾਜ਼ਾ ਲੱਭ ਜਾਏ। ਜਦੋਂ ਦਰਵਾਜ਼ਾ ਆਇਆ ਤੇ ਮਾੜੀ ਕਿਸਮਤ ਨਾਲ ਜਾਂ ਤਾਂ ਉਹਨੂੰ ਠੁੱਡਾ ਆ ਗਿਆ ਤੇ ਆਪਣੇ ਆਪ ਨੂੰ ਸੰਭਾਲਣ ਲੱਗਿਆ, ਕੰਧ ਤੋਂ ਹੱਥ ਛੁੱਟ ਗਿਆ, ਜਾਂ ਕੋਈ ਖਾਜ ਤੇ ਖਾਰਸ਼ ਜਾਂ ਕੋਈ ਦਰਦ ਐਸਾ ਹੋ ਗਿਆ ਜਿਹਦੇ ਉੱਤੇ ਹੱਥ ਰੱਖਣਾ ਪੈ ਗਿਆ ਤੇ ਉਹ ਦਰਵਾਜ਼ੇ ਵਾਲੀ ਥਾਂ ਬੰਦੇ ਦੀ ਉਵੇਂ ਹੀ ਲੰਘ ਗਈ। ਤੇ ਦੁਬਾਰਾ ਤੋਂ ਫਿਰ ਅੱਗੇ ਦੀਵਾਰ ਆ ਗਈ ਤੇ ਫਿਰ 84 ਲੱਖ ਦਾ ਚੱਕਰ ਲਾਉਣਾ ਪੈ ਗਿਆ ਤੇ ਦਰਵਾਜ਼ਾ ਐਵੇਂ ਹੀ ਚਲਾ ਗਿਆ। ਇਹ ਬਣਿਆ ਤੁਹਾਡੇ ਨਾਲ। ਭਾਗਾਂ ਨਾਲ ਦਰਵਾਜ਼ਾ ਮਿਲਿਆ ਤੇ ਜਦੋਂ ਦਰਵਾਜ਼ਾ ਆਇਆ ਤੇ ਉਦੋਂ ਹੱਥ ਕਿਸੇ ਹੋਰ ਪਾਸੇ ਲਈ। ਕਾਮਨਾ ਚ, ਵਾਸਨਾ ਚ, ਨਿੰਦਰਾ ਚ, ਸੁਖ ਚ, ਆਰਾਮ ਚ, ਦੁੱਖ ਚ, ਕਲੇਸ਼ ਚ, ਕਾਰੋਬਾਰ, ਪੈਸਾ, ਇੱਛਾਵਾਂ ਦੀ ਪੂਰਤੀ, ਇਹਨਾਂ ਨੇ ਤੁਹਾਡਾ ਹੱਥ ਪਿੱਛੇ ਖਿੱਚ ਲਿਆ ਤੇ ਵਾਰੀ ਤੁਹਾਡੀ ਨਿਕਲ ਗਈ। तो दोबारा तो फिर तो संत महाराज सतगुरु तू एक गल समझा रहे ने, जिथे काल दा काम है, समय दा कारज है, जुग दा प्रभाव है, संसार समुंदर दी खिच है, जिथे संसार अपना काम कर रहा है
ਤੁਹਾਨੂੰ ਗਰਸ ਰਿਹਾ, ਤੁਹਾਨੂੰ ਖਾ ਰਿਹਾ ਹੈ, ਉਹਦੇ ਦੂਜੇ ਪਾਸੇ ਖੜ ਕੇ ਪਰਿਵਾਰ ਤੇ ਪਾਰ ਦੀ ਲੜਾਈ ਹੈ, ਤੇ ਪਾਰ ਵਾਲੇ ਪਾਸੇ ਖੜ ਕੇ ਤੁਹਾਨੂੰ ਸੰਤ ਆਵਾਜ਼ਾਂ ਮਾਰਦੇ ਪਏ ਨੇ। ਜਿਵੇਂ ਮਲਾਹ ਨਦੀ ਪਾਰ ਕਰਨ ਵਾਸਤੇ, ਕਰਵਾਉਣ ਵਾਸਤੇ ਆਵਾਜ਼ਾਂ ਮਾਰਦਾ, ਆ ਜਾਓ ਭਾਈ ਬਹਿ ਜਾਓ, ਤੁਹਾਨੂੰ ਨਦੀ ਪਾਰ ਕਰਾ ਦਈਏ, ਆ ਜਾਓ ਭਾਈ ਬਹਿ ਜਾਓ ਬੇੜੀ 'ਚ, ਤੁਹਾਨੂੰ ਨਦੀ ਪਾਰ ਕਰਾ ਦਈਏ। ਹੁਣ ਵੇੜਾ ਹੈ, ਮੁੜ ਕੇ ਹਨੇਰਾ ਹੋ ਜਾਣਾ ਹੈ, ਵਾਰੀ ਨਿਕਲ ਜਾਣੀ ਹੈ, ਪਰ ਤੁਹਾਨੂੰ ਕੁਛ ਉਸ ਇਲਾਕੇ ਦੇ, ਉਸ ਜਗ੍ਹਾ ਦੇ ਕੁਛ ਦ੍ਰਿਸ਼ ਏਡੇ ਮਨਮੋਹਕ ਹੋ ਗਏ ਕਿ ਤੁਹਾਨੂੰ ਪਾਰ ਲੱਗਣਾ ਜਾਣਾ ਜ਼ਰੂਰੀ ਨਹੀਂ ਹੈ। ਤੁਹਾਨੂੰ ਉਸ ਦ੍ਰਿਸ਼ਾਂ ਦਾ ਤੇ ਉਥੋਂ ਦਾ ਜਿਹੜੇ ਰਸ ਤੇ ਕਸ ਨੇ ਉਹ ਤੁਹਾਡੇ ਲਈ ਵੇਖਣੇ ਜ਼ਰੂਰੀ ਹੋ ਗਏ। ਤੇ ਇਹਨੇ ਨੂੰ ਹਨੇਰਾ ਪੈ ਗਿਆ ਤੇ ਬੇੜੀਆਂ ਬੰਦ ਹੋ ਗਈਆਂ, ਤੁਹਾਨੂੰ ਦਿਖਣੀਆਂ ਬੰਦ ਹੋ ਗਈਆਂ, ਸਮਾਂ ਲੰਘ ਗਿਆ। ਤੋ ਸੰਤ ਤੋਂ ਤੁਹਾਨੂੰ ਦੇਵ ਲੋਕ ਲੈ ਕੇ ਜਾਣ ਨੂੰ, ਇਸ ਜੰਜਾਲ ਤੋਂ, ਇਸ ਸੰਸਾਰ ਸਮੁੰਦਰ ਤੋਂ ਬਚਾਉਣ ਵਾਸਤੇ ਤੁਹਾਨੂੰ ਆਵਾਜ਼ਾਂ ਮਾਰ ਰਹੇ ਕਿ ਆਓ ਸਿੱਖ ਸਤਿਗੁਰ ਕੇ ਪਿਆਰਿਓ, ਆ ਜਾਓ, ਸੱਚ ਨਾਲ ਜੁੜੋ, ਸੱਚੇ ਸ਼ਬਦ ਨਾਲ ਜੁੜੋ, ਸੱਚੀ ਬਾਣੀ ਨਾਲ ਜੁੜੋ, ਸੱਚੇ ਪੁਰਖਾਂ ਨਾਲ ਜੁੜੋ, ਸੱਚੇ ਮਾਰਗ ਨਾਲ ਜੁੜੋ, ਸੱਚੇ ਪੰਥ ਨਾਲ ਜੁੜੋ। ਇਹ ਪੰਥ ਹੀ ਤੁਹਾਨੂੰ, ਇਹ ਮਾਰਗ ਹੀ ਤੁਹਾਨੂੰ ਬ੍ਰਹਮ ਲੋਕ ਤੱਕ ਲੈ ਜਾਏਗਾ। ਕੁਝ ਲੋਕ ਤਾਂ ਸੱਚ ਦੇ ਨੇੜੇ ਨਹੀਂ ਆਉਂਦੇ, ਕੁਝ ਸੱਚ ਦੇ ਆਲੇ ਦੁਆਲੇ ਘੁੰਮ ਕੇ ਫਿਰ ਵਾਪਸ ਚਲੇ ਜਾਂਦੇ, ਉਹਨੂੰ ਟੋਹ ਕੇ ਵੇਖ ਕੇ ਫਿਰ ਵਾਪਸ ਮੁੜ ਜਾਂਦੇ ਨੇ। ਕਿਉਂਕਿ ਜਿਹੜਾ ਕਲਯੁਗ ਦਾ ਸੰਸਾਰ ਦਾ ਰਸ ਹੈ ਉਹ ਤੁਹਾਨੂੰ ਫਰੀ ਵਿੱਚ ਮਿਲ ਰਿਹਾ, ਉਹਨੇ ਤੁਹਾਨੂੰ ਗਰਸਣਾ, ਉਹ ਮਿੱਠਾ ਜ਼ਹਿਰ ਤੁਹਾਨੂੰ ਅੱਜ ਚੰਗਾ ਲੱਗ ਰਿਹਾ। ਸੱਚ ਤੋਂ ਝੂਠ ਤੋਂ ਸੱਚ ਵੱਲ ਆਉਣ ਵਾਸਤੇ ਭਾਂਡਾ ਧੋਣਾ ਪੈਣਾ, ਸਾਫ਼ ਕਰਨਾ ਪੈਣਾ। ਉਸ ਮਸ਼ੱਕਤ ਤੋਂ, ਮਿਹਨਤ ਤੋਂ ਸੰਸਾਰ ਡਰਦਾ, ਡਰਦਾ। ਕੁਝ ਤਾਂ ਰਸਤਾ ਵੇਖ ਕੇ ਡਰ ਜਾਂਦੇ ਨੇ, ਕੁਝ ਮਸ਼ੱਕਤ ਵੇਖ ਕੇ ਡਰ ਜਾਂਦੇ ਨੇ, ਤੇ ਕਿਸੇ ਨੂੰ ਇਹ ਭਾਗਾਂ ਵਾਲੇ ਨੂੰ ਮਾਰਗ ਚੰਗਾ ਹੀ ਨਹੀਂ ਲੱਗਦਾ। ਉਹ ਤਾਂ ਆਦੀ ਇੰਨਾ ਹੋ ਗਿਆ ਮਿੱਠੇ ਜ਼ਹਿਰ ਦਾ, ਉਹ ਕਹਿੰਦਾ ਅਸੀਂ ਤਾਂ ਕੀੜੇ ਬਣ ਕੇ ਹੀ ਰਾਜੀ ਹਾਂ। ਜਿਵੇਂ ਸੂਰ ਦੀ ਤ੍ਰਿਪਤੀ ਗੰਦਗੀ ਵਿੱਚ ਹੁੰਦੀ ਹੈ ਲੇਟ ਲੇਟ ਕੇ, ਜਿਵੇਂ ਹਾਥੀ ਸੁੰਦਰ ਬਣ ਕੇ ਨਿਕਲਦਾ ਨਹਾ ਧੋ ਕੇ ਤੇ ਮੁੜ ਕੇ ਫਿਰ ਮਿੱਟੀ ਦੀ ਸੁੰਡ ਭਰ ਕੇ ਤੇ ਆਪਣੇ ਉੱਤੇ ਸਿੱਟ ਲੈਂਦਾ, ਉਹਨੂੰ ਸੁੰਦਰ ਬਣਨਾ ਪਾਉਂਦਾ ਹੀ ਨਹੀਂ, ਪਾਉਂਦਾ ਹੀ ਨਹੀਂ। ਕੁਝ ਲੋਕ ਸਤਸੰਗ ਸੁਣ ਕੇ, ਧਰਮ ਤੇ ਚੱਲ ਕੇ ਫਿਰ ਸੰਸਾਰ ਦੀ ਧੁੱਦਲ ਆਪਦੇ ਉੱਤੇ ਸਿੱਟ ਲੈਂਦੇ ਨੇ। ਤੇ ਉਹਨੂੰ ਸਤਿਗੁਰ ਦੀ ਬਾਣੀ ਨੇ ਕਿਹਾ, ਜਿਉਂ ਕੁੰਚਰ ਇਸ਼ਨਾਨ ਕੁੰਚਰ ਹਾਥੀ, ਇਸ਼ਨਾਨ ਕਰਕੇ ਬਾਹਰ ਆ ਕੇ ਦੁਬਾਰਾ ਫਿਰ ਰੇਤਾ ਆਪਣੇ ਉੱਤੇ ਸਿੱਟ ਲੈਂਦਾ ਹੈ। ਥੋੜਾ ਜਿਹਾ ਧੋ ਲਿਆ, ਥੋੜਾ ਜਿਹਾ ਲਿਬੜ ਗਿਆ, ਥੋੜਾ ਜਿਹਾ ਫਿਰ ਧੋ ਲਿਆ, ਥੋੜਾ ਜਿਹਾ ਲਿਬੜ ਗਿਆ। ਪਤਾ ਨਹੀਂ ਕਿੰਨੇ ਕੁ ਜਨਮ ਅਸੀਂ ਇਸ ਕੰਮ ਦੇ ਵਿੱਚ ਕੱਢ ਦਿੱਤੇ ਨੇ। ਤੇ ਸਤਿਗੁਰ ਦੀ ਪਵਿੱਤਰ ਤੇ ਪਾਕ ਬਾਣੀ, ਸਤਿਗੁਰ ਦੇ ਬਚਨ ਕਹਿੰਦੇ ਨੇ, ਸੱਚ ਦੇ ਮਾਰਗ ਤੇ ਚੱਲ, ਪ੍ਰੇਮ ਦੇ ਮਾਰਗ ਤੇ ਚੱਲ, ਸ਼ਰਧਾ ਦੇ ਮਾਰਗ ਤੇ ਚੱਲ, ਨਿਮਰਤਾ ਦੇ ਮਾਰਗ ਤੇ ਚੱਲ, ਮਿਟਣ ਦੇ ਮਾਰਗ ਤੇ ਚੱਲ। ਇਹ ਜੋ ਗਲਤ ਹਰਫ ਲਿਖ ਦਿੱਤੇ ਗਏ ਨੇ ਤੇਰੀ ਕਾਪੀ ਦੇ ਉੱਤੇ ਕਿ ਇਹ ਸੰਸਾਰ ਦੇ ਵਿੱਚ ਹੀ ਕੇਵਲ ਜ਼ਿੰਦਗੀ ਹੈ, ਇਹਦੇ ਵਿੱਚ ਹੀ ਆਨੰਦ ਹੈ, ਇਹ ਝੂਠੇ ਨੇ, ਇਹਨਾਂ ਨੂੰ ਮਟੇ ਦੇ। ਇਹ ਕਿਵੇਂ ਮਿਟਣਗੇ? ਇਹ ਮਿਟਣਗੇ ਸ਼ਬਦ ਦੀ ਕਮਾਈ ਨਾਲ,
ਇਹ ਮਿਟਣਗੇ ਸਾਧੂ ਦੀ ਦ੍ਰਿਸ਼ਟੀ ਨਾਲ, ਇਹ ਮਿਟਣਗੇ ਸਤਿਗੁਰੂਆਂ ਦੀ ਕਿਰਪਾ ਨਾਲ, ਉਹਨਾਂ ਦੇ ਗਿਆਨ ਨਾਲ, ਉਹਨਾਂ ਦੀ ਸੋਝੀ ਨਾਲ। ਜਦੋਂ ਸ਼ਬਦ ਦਾ ਕਰਾਮਾਤ ਵਰਤਦੀ ਹੈ, ਸ਼ਬਦ ਦੀ, ਜਦੋਂ ਸਤਿਗੁਰ ਦੇ ਸੱਚੇ ਸ਼ਬਦ ਦੀ ਕਰਾਮਾਤ ਵਰਤਦੀ ਹੈ, ਤਾਂ ਜਨਮਾਂ ਜਨਮਾਂ ਦੇ ਲੱਗੇ ਹੋਏ ਰੋਗ, ਜਿਵੇਂ ਪੁਰਾਣੇ ਤੋਂ ਪੁਰਾਣੇ ਲੋਹੇ ਨੂੰ ਲੱਗਿਆ ਜੰਗਾਲ ਰੇਗਮਰ ਲਾ ਕੇ ਚਿੱਟਾ ਕੱਢ ਦਿੰਦਾ ਹੈ, ਜਿਵੇਂ ਕਾਲੇ ਹੋਏ ਸੋਨੇ ਨੂੰ ਤੇਜ਼ਾਬ ਦੀ ਪੁੱਠ ਵਾਲਾ ਪਾਣੀ ਜਦੋਂ ਉਹਦੇ ਵਿੱਚੋਂ ਪਾ ਕੇ ਬਾਹਰ ਕੱਢੀਦਾ ਤੇ ਉਹ ਚਮਕ ਆ ਜਾਂਦੀ ਉਹਦੇ ਵਿੱਚ, ਜਿਵੇਂ ਕਾਸਟਿਕ ਸੋਡਾ ਕੱਪੜੇ ਤੇ ਲੱਗੀ ਹੋਈ ਮੈਲ ਨੂੰ ਚਿੱਟਾ ਕਰ ਦਿੰਦਾ ਹੈ, ਉਹਨੂੰ ਖਾਰ ਕਰਕੇ ਮੈਲ ਨੂੰ ਕੱਪੜੇ ਦੇ ਵਿੱਚੋਂ ਕੱਢ ਦਿੰਦਾ ਹੈ, ਧਾਗਾ ਧਾਗਾ ਚਿੱਟਾ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਸਤਿਗੁਰ ਦਾ ਸ਼ਬਦ, ਪ੍ਰੇਮ ਦਾ ਪਾਣੀ ਤੇ ਭਾਉ ਦਾ ਉਦਮ, ਸਤਿਗੁਰ ਦਾ ਸ਼ਬਦ, ਪ੍ਰੇਮ ਦਾ ਪਾਣੀ ਤੇ ਭਾਉ ਨਾਲ ਕੀਤਾ ਹੋਇਆ ਉਦਮ ਅੰਤःਕਰਣ ਦੀ ਮੈਲ ਨੂੰ ਪੁੱਟ ਦਿੰਦਾ। ਜਿਵੇਂ ਜਿਵੇਂ ਉਹ ਮੈਲ ਉਤਰਦੀ ਹੈ, ਆਤਮਾ ਆਪਣੇ ਅਸਤਿਤਵ ਵੱਲ, ਆਪਣੇ ਅਸਲ ਵੱਲ, ਆਪਣੇ ਮੂਲ ਵੱਲ ਵੱਧਦੀ ਹੈ। ਉਹਦੀਆਂ ਕੁਝ ਕੁ ਨਿਸ਼ਾਨੀਆਂ ਨੇ ਵਧਣ ਦੀਆਂ। ਸੰਤਾਂ ਨੇ, ਮਹਾਤਮਾ ਨੇ, ਭਗਤਾਂ ਨੇ ਉਹ ਨਿਸ਼ਾਨੀਆਂ ਦਾ ਜ਼ਿਕਰ ਕੀਤਾ। ਜੇ ਸੰਸਾਰ ਵਿੱਚ ਗ੍ਰਸਣ ਦੀਆਂ ਨਿਸ਼ਾਨੀਆਂ ਨੇ, ਜਦੋਂ ਕਾਮ ਪ੍ਰਬਲ ਹੋ ਜਾਏ, ਲੱਖ ਯਤਨ ਕਰਨ ਤੇ ਬਾਅਦ ਵੀ ਉਹਦੀ ਪੂਰਤੀ ਨਾ ਹੋਵੇ ਤੇ ਉਹ ਵੱਧਦਾ ਤੁਰਿਆ ਜਾਵੇ, ਤੇ ਸਮਝ ਲਈਦਾ ਇਹ ਬੰਦਾ ਕੁਝ ਦਿਨਾਂ 'ਚ ਹੀ ਕੂਏ 'ਚ ਗਿਰ ਜਾਏਗਾ, ਕਾਮ ਇਹਨੂੰ ਖਾ ਜਾਏਗਾ। ਜਿਸ ਬੰਦੇ ਦੇ ਕ੍ਰੋਧ ਨੱਕ ਤੱਕ ਆ ਜਾਏ, ਕਿਸੇ ਦੀ ਗੱਲ ਸੁਣ ਕੇ ਰਾਜੀ ਨਾ ਹੋਵੇ, ਤੇ ਪਤਾ ਲੱਗਦਾ ਇਹ ਕ੍ਰੋਧ ਇਹਨੂੰ ਸਾੜ ਦੇਗਾ, ਖਤਮ ਕਰ ਦੇਗਾ। ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਭੂਮੀਕਾਰਾਂ ਨੂੰ, ਵੱਡੇ ਵੱਡੇ ਵਿਦਵਾਨਾਂ ਨੂੰ ਇਹ ਕ੍ਰੋਧ ਖਾ ਗਿਆ, ਕਾਮ ਖਾ ਗਿਆ। ਇਸੇ ਤਰ੍ਹਾਂ ਨਿਸ਼ਾਨੀਆਂ ਨੇ। ਜਦੋਂ ਸੱਤ ਤੇ ਇਨਸਾਨ ਚੱਲਦਾ ਹੈ, ਸੱਤ ਵੱਲ ਨੂੰ ਚੱਲਦਾ ਹੈ, ਤਾਂ ਸਭ ਤੋਂ ਪਹਿਲਾਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਰੀਰ ਕਰਕੇ ਬੰਦਾ ਸਤਿਗੁਰਾਂ ਦੇ ਸਨਮੁਖ ਬਹਿੰਦਾ ਹੈ। ਆਪਣੇ ਜੀਵਨ ਦਾ ਜੋ ਮੂਲ ਕਾਰਨ ਹੈ ਇਸ ਸੰਸਾਰ ਵਿੱਚ ਆਉਣ ਦਾ, ਉਹਦਾ ਭੇਦ ਜਾਣਦਾ। ਸਤਸੰਗ ਉਹਨੂੰ ਮਿੱਠਾ ਲੱਗਦਾ ਹੈ, ਸਤਸੰਗ ਉਹਦੇ ਰੂਹ ਦੀ ਖੁਰਾਕ ਬਣ ਜਾਂਦਾ ਹੈ। ਸਤਸੰਗ ਦੇ ਨਾਲ ਨਾਲ ਆਪਣੇ ਅੰਤःਕਰਨ ਨੂੰ ਧੋਣ ਵਾਸਤੇ ਉਹ ਦੀਕਸ਼ਾ ਰੂਪ ਵਿੱਚ ਸਤਿਗੁਰੂਆਂ ਤੋਂ ਮੰਤਰ ਹਾਸਲ ਕਰਦਾ ਹੈ, ਔਰ ਉਸ ਮੰਤਰ ਨਾਲ ਆਪਣੇ ਅੰਤःਕਰਨ ਨੂੰ ਧੋਂਦਾ ਹੈ। ਇੱਕ ਦਿਨ ਦਾ, 2 ਦਿਨ ਦਾ, 4 ਦਿਨਾਂ ਦਾ, ਹਫ਼ਤੇ ਦਾ ਹੋਮਵਰਕ ਲੈ ਕੇ ਆਪਣੇ ਘਰ ਜਾਂਦਾ ਹੈ, ਆਪਣੇ ਨਿਜ ਅਸਥਾਨ ਤੇ ਜਾਂਦਾ ਹੈ, ਨਾਲ ਨਾਲ ਆਪਣੀ ਸੰਸਾਰਕ ਕਾਰ ਕਰਦਾ ਹੈ, ਤੇ ਨਾਲ ਨਾਲ ਆਪਣੇ ਅੰਤःਕਰਨ ਨੂੰ ਧੋਂਦਾ ਹੈ, ਉਹਦੀ ਮੈਲ ਨੂੰ ਲਾਉਂਦਾ ਹੈ। ਨਾਲ ਨਾਲ ਕਿਰਤ ਵੀ ਕਰਦਾ ਹੈ, ਸਤਸੰਗ ਵਿੱਚ ਦਸੀਆਂ ਹਦਾਇਤਾਂ ਮੁਤਾਬਕ ਆਪਣਾ ਜੀਵਨ ਤੋਰਦਾ ਹੈ, ਤੇ ਮੁੜ ਆਪਣੀ ਸੱਚੀ ਕਿਰਤ ਜਿਹੜੀ ਉਹ ਕਰਦਾ ਹੈ, ਉਹਦਾ ਹਿਸਾਬ ਕਿਤਾਬ ਆ ਕੇ ਫਿਰ ਸੰਤਾਂ ਦੇ ਸਨਮੁਖ ਦਿੰਦਾ ਹੈ। ਇਹ ਵਿਧੀ ਹੈ, ਇਹ ਤਰੀਕਾ ਹੈ। ਤੇ ਜਦੋਂ ਕੋਈ ਕਿਸੇ ਸੰਤ ਮਹਾਤਮਾ ਤੇ ਅੰਦਰੋਂ ਸ਼ਰਧਾ ਬਣ ਜਾਂਦੀ ਹੈ, ਕਿਸੇ ਜਗਿਆਸੂ ਦੀ ਅੰਦਰੋਂ ਪ੍ਰੇਮ ਬਣ ਜਾਂਦਾ ਹੈ ਕਿਸੇ ਜਗਿਆਸੂ ਦਾ, ਤੇ ਤਰੱਕੀ ਤੇਜ਼ ਹੋ ਜਾਂਦੀ ਹੈ।
ਤੇ ਸਤਿਗੁਰ ਕਹਿੰਦੇ ਨੇ ਜਿਵੇਂ ਸਮੁੰਦਰ ਦੀਆਂ ਛੱਲਾਂ ਉੱਚੀ ਉੱਚੀ ਉੱਠਦੀਆਂ ਨੇ ਤੇ ਬੜਾ ਆਪਦੇ ਵੇਗ ਨਾਲ ਸਮੁੰਦਰ ਦੇ ਕੰਢੇ ਵੱਲ ਆਉਂਦੀਆਂ ਨੇ ਤੇ ਕੰਢੇ ਤੇ ਆ ਕੇ ਫਿਰ ਸਮੁੰਦਰ ਦਾ ਰੂਪ ਹੋ ਕੇ ਬਣ ਕੇ ਤੇ ਫਿਰ ਵਾਪਸ ਨੂੰ ਚਲੀਆਂ ਜਾਂਦੀਆਂ ਨੇ। ਜਿਵੇਂ ਨਦੀ ਇੱਕ ਵੱਖਰਾ ਆਪਦਾ ਰੂਪ ਬਣਾ ਕੇ ਆਉਂਦੀ ਹੈ, ਆਪਦਾ ਵੇਗ ਬਣਾ ਕੇ ਆਉਂਦੀ ਹੈ, ਆਪਣਾ ਆਕਾਰ ਬਣਾ ਕੇ ਆਉਂਦੀ ਹੈ, ਤੇ ਸਮੁੰਦਰ ਦੀ ਖਿੱਚ, ਸਮੁੰਦਰ ਦੀ ਕਸ਼ਸ਼, ਸਮੁੰਦਰ ਵੱਲ ਨੂੰ ਉਹਦਾ ਝੁਕਾਓ, ਇਹ ਦੱਸਦਾ ਹੈ ਵੀ ਇਹ ਕਿਸੇ ਵਿਸ਼ੇਸ਼ ਕਾਰਜ ਲਈ ਇਹ ਨਦੀ ਸਫ਼ਰ ਕਰ ਰਹੀ ਹੈ। ਵੱਖੋ ਵੱਖਰੇ ਟੋਏ ਟਿੱਬਿਆਂ ਚੋਂ ਹੁੰਦੀ ਹੋਈ ਅਨੇਕਾਂ ਮੁਸ਼ਕਲਾਂ ਤੇ ਔਕੜਾਂ ਨੂੰ ਤੋੜਦੀ ਹੋਈ ਉਹ ਨਦੀ ਸਮੁੰਦਰ ਦੇ ਵਿੱਚ ਆ ਕੇ ਲੀਨ ਹੋ ਜਾਂਦੀ ਹੈ, ਸਮਾ ਜਾਂਦੀ ਹੈ, ਸਮੁੰਦਰ ਬਣ ਜਾਂਦੀ ਹੈ। ਸਮੁੰਦਰ ਦੀ ਛੱਲ ਤੇ ਨਦੀ ਵਿਖਣ ਵਿੱਚ ਭਾਵੇਂ ਅਲੱਗ ਅਲੱਗ ਨੇ, ਇੱਕ ਬਾਹਰੋਂ ਆਈ ਤੇ ਇੱਕ ਸਮੁੰਦਰ ਦੇ ਵਿੱਚੋਂ ਹੀ ਪੈਦਾ ਹੋਈ, ਪਰ ਮਕਸਦ ਦੋਨਾਂ ਦਾ ਸਮੁੰਦਰ ਹੀ ਸੀ। ਸਮੁੰਦਰ ਦੇ ਵਿੱਚੋਂ ਬਣੀ ਹੋਈ ਛੱਲ ਇੱਕ ਸਮੇਂ ਤੇ ਆਪਣਾ ਅਲੱਗ ਰੂਪ ਦਿਖਾ ਰਹੀ ਸੀ, ਪਰ ਜਦੋਂ ਵਕਤ ਆਇਆ, ਕੰਢੇ ਤੇ ਆਈ, ਸਮਾਂ ਆਇਆ, ਉਹ ਸਮੁੰਦਰ ਵਿੱਚ ਅਭੇਦ ਹੋ ਕੇ ਸਮੁੰਦਰ ਬਣ ਗਿਆ। ਇਸੇ ਤਰ੍ਹਾਂ ਨਦੀ ਕਿਸੇ ਵਕਤ ਸਮੁੰਦਰ ਤੋਂ ਬਹੁਤ ਦੂਰ ਸੀ। ਜਿਵੇਂ ਅੱਜ ਜਦੋਂ ਸਾਨੂੰ ਕੋਈ ਧਾਰਮਿਕ ਵਿਦਿਆ ਵਾਲੇ ਪਾਸੇ, ਧਰਮ ਵਾਲੇ ਪਾਸੇ, ਬ੍ਰਹਮ ਵਾਲੇ ਪਾਸੇ, ਪ੍ਰਕਿਰਤੀ ਵਾਲੇ ਪਾਸੇ, ਕੁਦਰਤ ਵਾਲੇ ਪਾਸੇ ਜਦੋਂ ਸਾਨੂੰ ਕੋਈ ਤੋਰਦਾ ਤੇ ਅਸੀਂ ਕਹਿੰਦੇ ਆ ਇਹ ਸਾਡੇ ਤੋਂ ਹੋਣਾ ਨਹੀਂ, ਬੜਾ ਔਖਾ ਹੈ, ਲੰਮੇਂਡਾ ਪੈਂਡਾ ਹੈ, ਲੰਮਾ ਪੈਂਡਾ ਹੈ, ਲਮੇਰਾ ਪੈਂਡਾ ਹੈ, ਇਹ ਤੈਅ ਹੋਣਾ ਨਹੀਂ। ਪਰ ਆਖਰਕਾਰ ਤੋਂ ਜਾਨ ਇਹ ਪੈਂਡਾ ਤੈਅ ਕਰਕੇ ਹੀ ਛੁੱਟਣੀ। ਜਦੋਂ ਹਿਮਾਲਿਆ ਦੀਆਂ ਘਾਟੀਆਂ ਦੇ ਵਿੱਚੋਂ ਗੰਗਾ ਜੀ ਨਿਕਲਦੇ ਹੈ, ਜੇ ਉਦੋਂ ਇਹ ਸੋਚਣ ਕਿ ਮੈਂ ਤਾਂ ਸਮੁੰਦਰ ਤੱਕ ਪਹੁੰਚ ਨਹੀਂ ਸਕਦੀ, ਤਾਂ ਫਿਰ ਤਾਂ ਨਦੀ ਕਦੇ ਸਮੁੰਦਰ ਹੋ ਹੀ ਨਹੀਂ ਸਕਦੀ। ਜੇ ਨਦੀ ਦਾ ਕੌਨਫੀਡੈਂਸ, ਨਦੀ ਦਾ ਦ੍ਰਿੜ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਤੋਂ ਸਮੁੰਦਰ ਆਏਗਾ, ਤਾਂ ਸਮੁੰਦਰ ਆ ਜਾਂਦਾ ਹੈ, ਸਮੁੰਦਰ ਤੱਕ ਪਹੁੰਚ ਜਾਂਦੀ ਹੈ। ਉਹਦਾ ਵੇਗ, ਭਰੋਸਾ ਤੇ ਵਿਸ਼ਵਾਸ ਹੀ ਨਦੀ ਦਾ ਉਹਨੂੰ ਸਮੁੰਦਰ ਤੱਕ ਲੈ ਜਾਂਦਾ ਹੈ। ਕੁਝ ਨਦੀ ਤੇ ਨਾਲੇ ਐਸੀਆਂ ਨਦੀਆਂ ਨਾਲੋਂ, ਵੱਡੀਆਂ ਨਦੀਆਂ ਨਾਲੋਂ ਜਦੋਂ ਨਿਖੜ ਜਾਂਦੇ ਨੇ ਤੇ ਆਪਣਾ ਭਰੋਸਾ, ਆਪਣਾ ਵੇਗ ਤੋੜ ਬੈਂਦੇ ਨੇ, ਤੇ ਉਹ ਇੱਕ ਦਿਨ ਨੂੰ ਗੰਦਗੀ ਦੇ ਟੋਭੇ ਬਣ ਜਾਂਦੇ ਨੇ। ਉਹਨਾਂ ਪਾਣੀਆਂ ਦੇ ਵਿੱਚ ਜੀਵ ਪੈਦਾ ਹੋ ਜਾਂਦੇ ਨੇ, ਦੁਰਗੰਧੀ ਆਉਂਦੀ ਹੈ, ਉਦੋਂ ਨੇੜਿਓਂ ਨਹੀਂ ਲੰਘਦਾ ਕੋਈ। ਤੇ ਦੂਜੇ ਪਾਸੇ ਜਿਹੜੀ ਵਿਸ਼ਵਾਸ ਤੇ ਭਰੋਸੇ ਨਾਲ ਸਮੁੰਦਰ ਵੱਲ ਨੂੰ ਨਦੀ ਤੁਰਦੀ ਪਈ ਹੈ, ਉਹ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਪਿਆਸ ਬੁਝਾਉਂਦੀ ਹੈ। ਉਸ ਜਲ ਨੂੰ ਲੋਕ ਪਵਿੱਤਰ ਮੰਨਦੇ ਹੈ, ਘਰਾਂ ਦੇ ਵਿੱਚ ਉਹਦੇ ਨਾਲ ਘਰਾਂ ਦੀ ਸ਼ੁੱਧੀ ਕਰਦੇ ਹੈ, ਉਸ ਜਲ ਨਾਲ ਪਵਿੱਤਰ ਪੂਜਾ ਕਰਦੇ ਹੈ। ਜਿਹੜਾ ਜਲ ਸਮੁੰਦਰ ਵੱਲ ਨੂੰ ਵਧ ਰਿਹਾ, ਜਿਹੜੀ ਨਦੀ ਸਮੁੰਦਰ ਵੱਲ ਨੂੰ ਜਾ ਰਹੀ ਹੈ, ਜਿਹੜਾ ਪਾਣੀ ਸਮੁੰਦਰ ਦੀ ਇੱਛਾ ਛੱਡ ਕੇ ਕਿਤੇ ਨਾ ਕਿਤੇ ਉਹਨੇ ਆਪਣਾ ਵਸੇਬਾ ਕਰ ਲਿਆ, ਰਾਹ 'ਚ ਹੀ ਰੁਕ ਗਿਆ, ਉਹ ਪਾਣੀ ਗੰਦਾ ਹੋ ਗਿਆ, ਟੋਭਾ ਬਣ ਗਿਆ, ਮੱਛੀਆਂ ਆ ਗਈਆਂ, ਜੋਕਾਂ ਆ ਗਈਆਂ, ਉੱਥੇ
ਗੰਦਗੀ ਆ ਗਈ, ਇੱਕ ਦਿਨ ਨੂੰ ਉਹ ਪਾਣੀ ਜਾਨਵਰਾਂ ਦੇ ਪੀਣ ਜੋਗਾ ਵੀ ਨਹੀਂ ਰਹਿੰਦਾ। ਇਹ ਹਾਲਾਤ ਬਣਦੇ ਨੇ ਆਪਣੇ ਪ੍ਰਭੂ ਨਾਲੋਂ ਵਿਛੜ। ਮਕਸਦ ਪ੍ਰਭੂ ਦੀ ਪੂਰਤੀ ਹੈ, ਪ੍ਰਭੂ ਚ ਅਭੇਦ ਹੋਣਾ ਹੈ, ਪ੍ਰਭੂ ਵੱਲ ਤੁਰਨਾ ਮਹਾਨ ਨਹੀਂ ਹੈ, ਧਾਰਮਿਕ ਹੋਣਾ ਮਹਾਨ ਨਹੀਂ ਹੈ, ਗਿਆਨ ਹੋ ਜਾਣਾ ਮਹਾਨ ਨਹੀਂ ਹੈ, ਚੰਗਾ ਸੁਰੀਲਾ ਗਾ ਲੈਣਾ ਮਹਾਨ ਨਹੀਂ ਹੈ, ਚੰਗਾ ਵਿਦਵਾਨ ਹੋ ਜਾਣਾ ਮਹਾਨ ਨਹੀਂ ਹੈ। ਇਹ ਕਿਤੇ ਨਾ ਕਿਤੇ ਉਹ ਟੋਆ ਨੇ, ਇਹ ਕਿਤੇ ਨਾ ਕਿਤੇ ਉਹ ਪਾਣੀ ਹੈ ਜਿਹੜਾ ਕਿਤੇ ਨਾ ਕਿਤੇ ਰਾਹ 'ਚ ਰੁਕ ਗਿਆ ਤੇ ਆਪਣੇ ਸੁਰੀਲਾ ਗਾਉਣ ਤੇ ਅੱਛਾ ਵਿਦਵਾਨ ਹੋਣ ਦੇ ਮਾਨ ਵਿੱਚ ਉਹਨੇ ਆਪਣੇ ਅੰਦਰ ਹਉਮੈ ਤੇ ਹੰਕਾਰ ਦੀ ਗੰਦਗੀ ਭਰ ਲਈ। ਲੇਕਿਨ ਮਹਾਨ ਹੈ ਸਮੁੰਦਰ ਹੋ ਜਾਣਾ, ਮਹਾਨ ਹੈ ਛਲ ਦਾ ਕੰਢੇ ਨਾਲ ਟਕਰਾ ਕੇ ਸਮੁੰਦਰ ਬਣ ਜਾਣਾ, ਮਹਾਨ ਹੈ ਨਦੀ ਦਾ ਸਮੁੰਦਰ ਹੋ ਜਾਣਾ। ਜਦੋਂ ਤੱਕ ਤੁਸੀਂ ਸਮੁੰਦਰ ਨਾ ਹੋ ਜਾਓ, ਬ੍ਰਹਮ ਨਾ ਹੋ ਜਾਓ, ਤੁਹਾਡਾ ਸਾਹ ਦੇ ਵਿੱਚ ਸਾਹ ਨਹੀਂ ਪੈਣਾ ਚਾਹੀਦਾ। ਪਰ ਸਾਡੇ ਹਾਲਾਤ ਕੁਝ ਹੋਰ ਨੇ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਉੱਠ ਖਲੋਇਆ। ਬੁਰਾ ਕੰਮ ਕਰਨਾ ਹੋਵੇ ਤੇ ਸਾਡੇ ਕੋਲ ਵਕਤ ਹੀ ਵਕਤ ਹੈ, ਭਾਵੇਂ ਅੱਧੀ ਰਾਤ ਨੂੰ ਆਵਾਜ਼ ਮਾਰ ਲਓ। ਕਿਸੇ ਭੈੜੇ ਕੰਮ ਲਈ ਬੰਦਾ 1 ਮਿੰਟ ਵਿੱਚ ਗੱਡੀ ਦੀ ਚਾਬੀ ਲੈ ਕੇ ਤੇ ਪਹੁੰਚ ਜਾਂਦਾ ਹੈ। ਤੇ ਜੇ ਕਿਤੇ ਰਾਤ ਨੂੰ ਕਿਸੇ ਨੂੰ ਆਵਾਜ਼ ਮਾਰਦੀ ਦਿੱਤੀ ਜਾਵੇ, ਉੱਠ ਭਾਈ ਅੰਮ੍ਰਿਤ ਵੇਲਾ ਹੋ ਗਿਆ, ਬ੍ਰਹਮ ਵੇਲਾ ਹੋ ਗਿਆ, ਤੇਰਾ ਰਾਮ ਤੈਨੂੰ ਉਡੀਕਦਾ ਪਿਆ, ਤੇਰਾ ਰਾਮ ਤੇਰੀ ਇੰਤਜ਼ਾਰ ਕਰਦਾ ਪਿਆ, ਉਹਦੀ ਯਾਦ ਵਿੱਚ ਘੜੀ ਬਹਿ ਜਾ। ਕਹਿੰਦੇ ਕੱਲ ਤੋਂ ਸ਼ੁਰੂ ਕਰਾਂਗੇ, ਅੱਜ ਤੋਂ ਥੱਕੇ ਬਹੁਤ ਹਾਂ, ਕੱਲ ਨੂੰ ਜਪेंगे, ਸਵੇਰੇ ਉੱਠ ਕੇ ਜਪेंगे, ਸ਼ਾਮ ਨੂੰ ਜਪेंगे। ਕਬੀਰ ਕਹਿੰਦਾ ਆਜ ਕਰੇ ਸੋ ਅਬ ਕਰ। ਜਿਹਨੂੰ ਕੱਲ ਕਰਨਾ ਉਹਨੂੰ ਅੱਜ ਕਰ, ਅੱਜ ਵਾਲੇ ਨੂੰ ਹੁਣੇ ਕਰ। ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਪਲ ਮੇਂ ਪਰਲੋ ਹੋਏਗੀ, ਫੇਰ ਕਰੇਗਾ ਕਬ। ਕੱਲ ਤੋਂ ਨਾ ਕਾਲ ਦਾ ਉਹ ਤਾਂ ਕਦੇ ਆਇਆ ਹੀ ਨਹੀਂ। ਤੁਸੀਂ ਦੱਸੋ ਕੱਲ ਕਦੇ ਆਇਆ? ਜਦੋਂ ਕੱਲ ਆਏਗਾ ਤੇ ਫਿਰ ਕੱਲ ਹੋ ਜਾਏਗਾ। ਕੱਲ ਤੋਂ ਨਾ ਹੀ ਟਾਲਣ ਦਾ ਹੈ, ਕੱਲ ਤੋਂ ਨਾ ਹੀ ਕਾਲ ਦਾ ਹੈ। ਜਿਹੜਾ ਬੰਦਾ ਕਵੇ ਕੱਲ ਨੂੰ ਕਰਾਂਗਾ, ਸਮਝੋ ਇਹਨੇ ਕਰਨਾ ਹੀ ਨਹੀਂ। ਜਿਹੜਾ ਇਨਸਾਨ ਕਵੇ ਮਹਾਰਾਜ ਜੀ ਦੱਸੋ ਹੁਣੇ ਬਿਠਾਓ, ਕਿਵੇਂ ਬਿਠਾਉਣਾ ਹੈ? ਤੁਹਾਨੂੰ ਦਰਦ ਹੋ ਰਹੀ ਹੋਵੇ ਬੜੀ ਜ਼ੋਰ ਦੀ, ਦਵਾਈ ਲੱਗ ਨਾ ਰਹੀ ਹੋਵੇ, ਕੋਈ ਦਵਾਈ ਨਾ ਲੱਗ ਰਹੀ ਹੋਵੇ, ਬੜੀ ਪੇਨ ਹੋਵੇ, ਤੇ ਤੁਹਾਨੂੰ ਕੋਈ ਡਾਕਟਰ ਕਹਿ ਦੇ ਵੀ ਕੱਲ ਨੂੰ ਆ ਜਾਓ ਸਰਦਾਰ ਜੀ, ਕੱਲ ਨੂੰ ਲਾਵਾਂਗੇ ਟੀਕਾ, ਕੀ ਕਰੋਗੇ? ਕੱਲ ਵੇਲਾ ਟਾਈਮ, ਅੱਜ ਮੇਰੇ ਕੋਲ ਟਾਈਮ ਨਹੀਂ ਹੈਗਾ, ਕੱਲ ਨੂੰ ਆ ਜਾ, ਜੇ ਕੱਲ ਨੂੰ ਤੁਹਾਡਾ ਰੋਗ ਖਤਮ ਕਰ ਦਿਆਂਗੇ। ਕਿੱਦਾਂ ਦਾ ਲੱਗੇਗਾ? ਉਦੋਂ ਤਾਂ ਤੁਸੀਂ ਕਹਿੰਦੇ ਹੋ ਹੁਣੇ ਹੀ ਕੋਈ ਇਹੋ ਜਿਹਾ ਟੀਕਾ ਲੱਗੇ ਜਿਹੜਾ ਮੇਰਾ ਦਰਦ ਰੋਕ ਦੇ, ਹੁਣੇ ਹੀ ਲੱਗੇ। ਤੇ ਜਦੋਂ ਜਿਹਦਾ ਦਿੱਤਾ, ਜਿਹਦਾ ਇਹ ਸਰੀਰ ਮਾਣਦੇ ਪਏ ਹੋ, जिन्हें एक काया दिती है, शरीर दिता है, रंग दिता है, रूप दिता है, नेत्र अखां कन्न मूंह नक दिता है, रिजक दिता है, धी पुत्र दिते ने, छत दिती है, कारोबार दिता है, चंगा एक नाम दिता है, सोझी दिती है, शुद्ध दृष्टि दिती है, बुद्धि दिती है, दिमाग दिता है, सब कुछ दिता है। उस राम वास्ते तुहाडे कोल घड़ी नहीं, पैर नहीं, कोई वेला ही नहीं। ਜਦੋਂ ਉਹ ਆਪਣੀ ਹੋਈ ਦਿੱਤੀ ਚੀਜ਼ ਦੇ ਵਿੱਚ ਮਾੜੀ ਜੀ ਸੂਈ ਚੁੱਭਦਾ ਤੇ ਫਿਰ ਤੁਸੀਂ ਚੀਕਾਂ ਮਾਰਦੇ।
ਤੇ ਕਹਿੰਦੇ ਮਰ ਗਏ। ਅਸੀਂ ਉਹਦੀ ਦਿੱਤੀ ਹੋਈ ਅਮਾਨਤ ਵਿੱਚ ਸਾਰੀ ਉਮਰ ਹੋ ਗਈ ਹੈ ਖਿਆਨਤ ਕਰਦਿਆਂ ਨੂੰ। ਅਮਾਨਤ ਲੈ ਕੇ ਆਏ ਸੀ ਰੱਬਾ ਸਰੀਰ ਦੇ, ਮੈਂ ਤੇਰੀ ਬੰਦਗੀ ਕਰਾਂਗਾ, ਤੇ ਜਿਸ ਦਿਨ ਉਹਨੇ ਮਾੜੀ ਜਿਹੀ ਚੋਭ ਮਾਰੀ ਤੇ ਤੁਸੀਂ ਕਹਿੰਦੇ ਹੋ ਰੱਬ ਮੇਰਾ ਦੁਸ਼ਮਣ। ਉਹਨੇ ਚੋਭ ਇਸ ਕਰਕੇ ਮਾਰੀ, ਇਹ ਸਰੀਰ ਮੇਰਾ ਹੈ, ਤੇਰਾ ਨਹੀਂ ਹੈ। ਜੇ ਮੈਂ ਹੁਣ ਮਾੜਾ ਜਿਹਾ ਆਪਦੇ ਸਰੀਰ ਨੂੰ, ਦਿੱਤੇ ਹੋਏ ਸਰੀਰ ਨੂੰ, ਰਾਮ ਦੇ ਸਰੀਰ ਨੂੰ, ਜਦੋਂ ਰਾਮ ਹੀ ਥੋੜਾ ਜਿਹਾ ਕਸ਼ਟ ਦਿੰਦਾ ਤੇ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ, ਬੰਦਾ ਕਹਿੰਦਾ ਮਰ ਗਏ। ਰੋ ਵਿਚਾਰ ਸਮੁੰਦਰ ਬਣਨਾ ਸੀ, ਨਦੀ ਬਣਨਾ ਸੀ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਿਵੇਂ ਨਦੀ ਸਮੁੰਦਰ ਵਿੱਚ ਪੈਂਦੀ ਏ, ਉਹਦੀ ਨਿਸ਼ਾਨੀ ਏ ਕੰਢੇ ਤੇ ਆ ਗਈ ਛਾਂ ਛਾਂ ਕਰਦੀ, ਤਿੱਖਾ ਵੇਗ ਭੱਜੀ ਆਉਂਦੀ ਹੈ, ਆਵਾਜ਼ ਕਰਦੀ ਹੈ। ਇਸੇ ਤਰ੍ਹਾਂ ਜਦੋਂ ਛਲ ਆਉਂਦੀ ਹੈ ਉਹ ਵੀ ਆਵਾਜ਼ ਛਾਂ ਛਾਂ ਦੀ ਕਰਦੀ ਆਉਂਦੀ ਹੈ ਤੇ ਠਾ ਆ ਕੇ ਕੰਢੇ ਨਾਲ ਵੱਜਦੀ ਹੈ ਤੇ ਦੂਰ ਤੱਕ ਪਾਣੀ ਖਿਲਰ ਜਾਂਦਾ ਹੈ। ਇਵੇਂ ਜਦੋਂ ਤੂੰ ਬ੍ਰਹਮ ਵੱਲ ਨੂੰ ਤੁਰਿਆ ਤੇ ਤੇਰੀਆਂ ਵੀ ਕੁਝ ਨਿਸ਼ਾਨੀਆਂ ਨੇ। ਜਦੋਂ ਤੂੰ ਬ੍ਰਹਮ ਦੇ ਕੰਢੇ ਤੇ ਚਲਾ ਗਿਆ, ਜਦੋਂ ਤੂੰ ਪਰਮੇਸ਼ਰ ਦੇ ਕੰਢੇ ਤੇ ਚਲਾ ਗਿਆ, ਜਦੋਂ ਤੂੰ ਰਾਮ ਨੂੰ ਮਿਲਣ ਵਾਸਤੇ ਚਲਾ ਗਿਆ, ਤੇ ਸਤਿਗੁਰ ਕਹਿੰਦੇ ਨੇ ਸੁਣ ਹੈ ਸੁਣ, ਮਿਲਿਆ ਸਮਦਰਸ਼ੀ। ਜਿੱਥੇ ਪਰਮਾਤਮਾ ਦਾ ਮਿਲਾਪ ਹੋਣਾ ਹੈ ਉੱਥੇ ਕੋਈ ਰੌਲਾ ਨਹੀਂ ਹੈ, ਕੋਈ ਸ਼ੋਰ ਨਹੀਂ। ਹੁਣ ਤੁਸੀਂ ਕਹੋਗੇ ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਸ਼ੋਰ ਨਹੀਂ ਹੈ। ਦੁਨੀਆ ਦਾ ਸ਼ੋਰ, ਬਦਲਾਂ ਦੀ ਗਰਜ, ਮੋਟਰ ਗੱਡੀਆਂ ਦੀਆਂ ਆਵਾਜ਼ਾਂ, ਰੋਣ ਪਿੱਟਣ ਦੀਆਂ ਆਵਾਜ਼ਾਂ, ਮਰਗਿਆਂ ਦੀਆਂ ਆਵਾਜ਼ਾਂ, ਜੰਮਣ ਦੀਆਂ ਆਵਾਜ਼ਾਂ, ਆਵਾਜ਼ਾਂ ਤੋਂ ਆਵਾਜ਼ਾਂ ਹੀ ਨਹੀਂ। ਪਰ ਇੱਥੇ ਸਤਿਗੁਰ ਜਗ੍ਹਾ ਦੀ ਨਹੀਂ ਗੱਲ ਕਰ ਰਹੇ, ਇੱਥੇ ਸਤਿਗੁਰ ਅਵਸਥਾ ਦੀ ਗੱਲ ਕਰਦੇ ਨੇ। ਕਹਿੰਦੇ ਨੇ ਜਦੋਂ ਜੀਵ ਸਮੁੰਦਰ ਵਿੱਚ ਅਭੇਦ ਹੋਣ ਲਈ ਤੁਰਿਆ, ਅੰਤःਕਰਣ ਧੋਤਾ, ਸ਼ਬਦ ਜਪਿਆ, ਤੋ ਕਹਿੰਦੇ ਨੇ ਸਭ ਤੋਂ ਪਹਿਲਾਂ ਮਨ ਸੁਣ ਵਿੱਚ ਜਾਣਾ ਸ਼ੁਰੂ ਹੋ ਗਿਆ। ਜਿਹੜਾ ਮਨ ਦੇ ਵਿੱਚ ਕਾਕੋ ਰੌਲਾ ਪਿਆ ਸੀ, ਇੱਕ ਸਕਿੰਟ ਨਹੀਂ ਸੀ ਠਹਿਰਦਾ ਪਿਆ, ਅੰਦਰ ਜਿਹੜੀ ਟ੍ਰੈਫਿਕ ਇੱਕ ਦੂਜੇ ਵਿੱਚ ਫਸੀ ਪਈ ਸੀ। ਮਨ ਦੀ ਟ੍ਰੈਫਿਕ ਸਮਝਦੇ ਹੋ ਕੀ ਹੁੰਦੀ? ਕਿਸੇ ਚੌਂਕ ਤੇ ਖੜ ਕੇ ਵੇਖਿਆ ਕਰੋ, ਜਿੱਥੇ ਕੋਈ ਚੌਂਕ 'ਚ ਬੱਤੀਆਂ ਨਾ ਹੋਣ, ਇਧਰੋਂ ਵੀ ਗੱਡੀਆਂ, ਇਧਰੋਂ ਵੀ ਗੱਡੀਆਂ, ਇਧਰੋਂ ਵੀ ਗੱਡੀਆਂ, ਤੇ ਫਿਰ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਧਿਆਨ ਕਰਿਆ ਕਰੋ, ਉਹ ਚੌਂਕ ਵਰਗੀ ਹਾਲਤ ਹੈ ਤੁਹਾਡੇ ਮਨ ਦੀ। ਚਾਰ ਚਫੇਰਿਓਂ ਗੱਡੀਆਂ ਫਸਾਈ ਬੈਠੇ, ਵਾਸਨਾ ਦੀ ਗੱਡੀਆਂ, ਟ੍ਰੈਫਿਕ, ਕ੍ਰੋਧ, ਮੋਹ, ਅਹੰਕਾਰ, ਤ੍ਰਿਸ਼ਨਾ, ਦੇਣਾ ਲੈਣਾ, ਖਾਣਾ ਪੀਣਾ, ਸੁਣਨਾ, ਦੇਖਣਾ, ਸਪਰਸ਼, ਕਿੰਨੀ ਟ੍ਰੈਫਿਕ ਹੈ ਤੁਹਾਡੇ ਅੰਦਰ। ਉਹ ਤੁਹਾਨੂੰ ਰਾਹ ਨਹੀਂ ਦੇ ਰਹੀ। ਉਥੇ ਬ੍ਰਹਮ ਮਾਰਗ ਕਿੱਥੇ ਜਿੱਥੇ ਇੰਨੀ ਟ੍ਰੈਫਿਕ ਹੈ। ਇਸ ਕਰਕੇ ਸੰਤਾਂ ਨੇ ਭਾਪ ਲਈ ਇਹ ਗੱਲ ਕਿ ਪਹਿਲਾਂ ਇਹਦੀ ਟ੍ਰੈਫਿਕ ਰੋਕੋ। ਕਿਵੇਂ ਰੋਕਣੀ? ਉਹਨਾਂ ਨੇ ਇੱਕ ਸ਼ਬਦ ਦਿੱਤਾ, ਉਹਨੇ ਕਿਹਾ ਕਾਕਾ ਇਹ ਸ਼ਬਦ ਤੇ ਧਿਆਨ ਕਰਕੇ ਤੇ ਇੱਕੋ ਹੀ ਆਵਾਜ਼ ਮਾਰੀ ਮੂੰਹ ਚੋਂ, ਕੀ ਬੋਲੀ? ਓ ਪੜ੍ਹ ਲਈ ਜਿਹੜਾ ਸ਼ਬਦ ਤੈਨੂੰ ਚੰਗਾ ਲੱਗੇ। ਇੱਕ ਓੰਕਾਰ,
ਨਾਰਾਇਣ ਨਿਰੰਜਨ ਨਿਰੰਕਾਰ। ਕੋਈ ਪੜ੍ਹ ਲੈ ਜਿਹੜਾ ਸ਼ਬਦ ਤੈਨੂੰ ਆਨੰਦ ਦੇਵੇ, ਜਿਹਦੇ ਨਾਲ ਤੇਰਾ ਫੁੱਲ ਖਿੜ ਜਾਵੇ, ਜਿਹਦੇ ਨਾਲ ਸੁਗੰਧੀ ਪੈਦਾ ਹੋ ਜਾਵੇ, ਜਿਹਦੇ ਨਾਲ ਮਨ ਟਿਕ ਜਾਵੇ, ਟਿਕਾ ਲੈ, ਟਿਕਾ ਲੈ। ਪੜ੍ਹ ਲਈ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ। ਕੁਛ ਪੜ੍ਹ ਲੈ ਜਿਹੜਾ ਤੈਨੂੰ ਭਾ ਜਾ ਸਕੂਨ ਦੇ ਦੇ, ਭਾਵ ਤੇਰੀ ਟ੍ਰੈਫਿਕ ਰੋਕ ਦੇ ਤੇ ਮਨ ਖਾਲੀ ਹੋ ਜਾਵੇ। ਜਦੋਂ ਰਸਤਾ ਖਾਲੀ ਹੋਏਗਾ, ਇਹੀ ਸ਼ਬਦ ਤੈਨੂੰ ਬ੍ਰਹਮ ਦੇ ਮਾਰਗ ਦੀ ਪਹਿਚਾਨ ਕਰਾਏਗਾ, ਪਹਿਚਾਨ ਕਰਾਏਗਾ। ਮੇਰੇ ਮਾਲਕ ਦਾ ਦੇਸ਼, ਮੇਰੇ ਮਾਲਕ ਦੇ ਦੇਸ਼ ਨੂੰ ਜਾਣ ਵਾਲਾ ਰਸਤਾ ਬੜਾ ਹੀ ਆਨੰਦਿਤ, ਸੁਰੀਲਾ ਤੇ ਸ਼ੋਭਨੀਕ ਹੈ। ਸੰਸਾਰ ਦੇ ਮਾਰਗ ਟੋਏ ਟਿੱਬੇ ਤੇ ਚਿੱਕੜਾਂ ਵਾਲੇ ਨੇ, ਦੁਖਦਾਈ ਨੇ, ਝਟਕਿਆਂ ਵਾਲੇ ਨੇ, ਦੁੱਖ ਪੈਦਾ ਕਰਨ ਵਾਲੇ ਨੇ, ਦੁਰਗੰਧੀ ਦੇਣ ਵਾਲੇ ਨੇ। ਜਦੋਂ ਤੂੰ ਇਕਾਂਤ ਚ ਖੜ ਕੇ, ਚੌਂਕ ਚ ਖੜ ਕੇ ਵੇਖੇਗਾ, ਇੱਕ ਐਸਾ ਰਸਤਾ ਹੈ ਜਿਹਦੇ ਤੇ ਤੂੰ ਕੇਵਲ ਦ੍ਰਿਸ਼ਟੀ ਪਾਏਗਾ, ਸੋਚ ਹੀ ਸੋਚੇਗਾ, ਕੇਵਲ ਮਨ ਹੀ ਬਣਾਏਗਾ ਤੇ ਤੈਨੂੰ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਏਗੀ, ਸਕੂਨ ਮਿਲਣਾ ਸ਼ੁਰੂ ਹੋ ਜਾਏਗਾ, ਆਨੰਦ ਆਣਾ ਸ਼ੁਰੂ ਹੋ ਜਾਏਗਾ। ਉਹ ਇੱਕ ਐਸਾ ਮਾਰਗ ਹੈ। ਜਦੋਂ ਚਾਰ ਚੁਫੇਰਿਓਂ ਇੰਨਾ ਰਸ ਪਿਆ ਪਿਆ, ਕੋਈ ਰਾਹ ਵੇਖਦਾ ਹੀ ਨਹੀਂ। ਮੰਨ ਲਓ ਇੱਕ ਚੌਂਕ ਵਿੱਚ 5-6 ਰਾਹ ਵੜਦੇ ਨੇ, ਕੀ ਪਤਾ ਲੱਗੇ ਬ੍ਰਹਮ ਦਾ ਮਾਰਗ ਕਿਹੜਾ? ਟ੍ਰੈਫਿਕ ਖਾਲੀ ਹੋਵੇ ਤੇ ਪਤਾ ਲੱਗੇਗਾ। ਫਿਰ ਚੌਂਕ 'ਚ ਖੜ ਕੇ ਵੇਖੇਗਾ ਦ੍ਰਿਸ਼ਟੀ ਨਾਲ, ਤੇ ਜਿਹੜਾ ਸ਼ਬਦ ਜਪਦਾ ਪਿਆ ਉਹਦੇ ਨਾਲ ਅੰਤःਕਰਨ ਦੀ ਮੈਲ ਘਟੇਗੀ, ਟ੍ਰੈਫਿਕ ਘਟੇਗੀ, ਰਸ ਘਟੇਗਾ, ਸੰਸਾਰ ਦਾ ਸ਼ੋਰ ਸ਼ਰਾਬਾ ਘਟੇਗਾ। ਕਹਿਣ ਦਾ ਭਾਵ ਫੁਰਨੇ ਸ਼ਾਂਤ ਹੋਣਗੇ। ਇਹ ਫੁਰਨਿਆਂ ਦਾ ਰਸ ਹੈ। ਇੱਕ ਫੁਰਨਾ ਸਾਹ ਨਹੀਂ ਲੈਂਦਾ, ਦੂਜਾ, ਤੀਜਾ। ਇੰਨੀ ਸਪੀਡ ਮੰਨਦੀ, ਲੱਖਾਂ ਹਜ਼ਾਰਾਂ ਕਿਲੋਮੀਟਰ ਫੁਰਨਿਆਂ ਦੇ ਵਿੱਚ ਬੰਦਾ ਇੱਕ ਪਲ 'ਚ ਘੁੰਮਾਉਂਦਾ। ਇੱਕ ਫੁਰਨਾ ਕੈਨੇਡਾ ਦਾ, ਦੂਜਾ ਅਮਰੀਕਾ ਦਾ, ਤੀਜਾ ਹਿੰਦੁਸਤਾਨ ਦਾ, ਏਦਾਂ ਫੁਰਨੇ ਲੈਂਦਾ। ਇਹਦੇ ਜਿੰਨੀ ਸਪੀਡ ਅੱਜ ਤੱਕ ਕਿਸੇ ਦੀ ਹੈ ਹੀ ਨਹੀਂ। ਇਹ ਸਪੀਡ ਕਿਸੇ ਸਾਇੰਸਦਾਨ ਦੇ ਮਾਪ 'ਚ ਨਹੀਂ ਆਈ ਹਲੇ ਤੱਕ। ਇਹਦਾ ਕੋਈ ਪੈਮਾਨਾ ਹੀ ਨਹੀਂ ਬਣਿਆ। ਇੰਨੀ ਗਤੀ ਇਹਦੀ। ਇਹ ਗਤੀ ਨੂੰ ਸ਼ਬਦ ਰੋਕੇਗਾ, ਰੋਕੇਗਾ। ਇਹ ਫੁਰਨਿਆਂ ਨੂੰ ਰੋਕੇਗਾ। ਜਦੋਂ ਇਹ ਟ੍ਰੈਫਿਕ ਰੁਕੇਗੀ, ਥੋੜਾ ਜਿਹਾ ਸਕੂਨ ਆਏਗਾ। ਜਦੋਂ ਮਨ ਸ਼ਾਂਤ ਹੋਏਗਾ, ਮਨ ਟਿਕੇਗਾ ਤੇ ਨਾਲ ਦੀ ਨਾਲ ਤੁਹਾਡੇ ਸਰੀਰ 'ਚ ਵੀ ਸੁਣ ਆਏਗਾ। ਪਹਿਲਾਂ ਸੁਣ ਮਨ ਦਾ, ਫਿਰ ਸੁਣ ਤਨ ਦਾ, ਤੀਜਾ ਸੁਣ ਤ੍ਰਿਭਵਨ ਦਾ, ਤੇ ਚੌਥਾ ਸੁਣ ਜੋਤ ਵਿੱਚ ਜੋਤ ਮਿਲਣ ਦਾ। ਚਾਰ ਸੁਣਨ। ਪਹਿਲਾ ਸੁਣ ਮਨ ਦਾ, ਦੂਜਾ ਸੁਣ ਤਨ ਦਾ, ਤੀਜਾ ਸੁਣ ਤ੍ਰਿਭਵਨ ਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ।
ਜਿਹੜਾ ਤੁਸੀਂ ਧਾਰਮਿਕ ਹੋਣ ਦਾ ਦਾਅਵਾ ਕਰਕੇ ਮਨ ਦੇ ਵਿੱਚ ਤੁਸੀਂ ਕੁਝ ਮੰਗਦੇ ਹੋ, ਮੈਂ ਧਾਰਮਿਕ ਹੋ ਜਾ, ਮੈਂ ਸੰਤ ਹੋ ਜਾ, ਮੈਂ ਬ੍ਰਹਮ ਗਿਆਨੀ ਹੋ ਜਾ, ਮੈਂ ਜੋਤ ਚ ਅਭੇਦ ਹੋ ਜਾ, ਇਹਨੇ ਵੀ ਬੰਦ ਹੋਣਾ ਹੈ। ਇਹ ਵੀ ਅੜਚਨ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਉਂ ਲਿਖਿਆ, ਰਾਜ ਨਾ ਚਾਹੋ, ਕਹਿੰਦੇ ਨਾ ਤਾਂ ਮੈਨੂੰ ਰਾਜ ਚਾਹੀਦਾ, ਤਰਲੋਕੀ ਦਾ ਰਾਜ, ਦੇਵੀ ਦੇਵਤਿਆਂ ਵਾਲਾ ਰਾਜ, ਵੀ ਪੂਰੇ ਤਿੰਨਾਂ ਲੋਕਾਂ 'ਚ ਮੇਰਾ ਨਾਂ ਗੂੰਜੇ, ਜਿਵੇਂ ਦੇਵੀ ਦੇਵਤਿਆਂ ਦਾ ਗੂੰਜਦਾ ਹੈ, ਸ਼ਿਵ ਭਗਵਾਨ ਦਾ ਗੂੰਜਦਾ ਹੈ, ਬ੍ਰਹਮਾ ਜੀ ਦਾ ਗੂੰਜਦਾ ਹੈ, ਵਿਸ਼ਨੂੰ ਜੀ ਦਾ ਗੂੰਜਦਾ ਹੈ। ਕਹਿੰਦੇ ਮੈਨੂੰ ਉਹ ਰਾਜ ਵੀ ਨਹੀਂ ਚਾਹੀਦਾ। ਦੇਖੋ ਨਾ, ਅੱਜ ਸ਼ਿਵ ਜੀ ਭਗਵਾਨ ਦਾ ਰਾਜ ਆਪਣੇ ਇੱਥੇ ਵੀ ਹੈਗਾ, ਬਣੇ ਮੰਦਰ, ਲੋਕੀ ਜਾਂਦੇ ਉਹਨਾਂ ਦੇ ਪੂਜਾ ਕਰਨ। ਕਿੰਨੇ ਯੁੱਗ ਬੀਤ ਗਏ, ਇਹ ਵਰ ਕਿਹਨੇ ਦਿੱਤਾ, ਇਹ ਰਾਜ ਕਿਹਨੇ ਦਿੱਤਾ ਹੋਇਆ? ਇਹ ਰਾਜ ਦਿੱਤਾ ਬ੍ਰਹਮ ਨੇ, ਪਰਮੇਸ਼ਰ ਨੇ। ਵਿਸ਼ਨੂੰ ਭਗਵਾਨ ਨੂੰ ਰਾਜ ਦਿੱਤਾ, ਰਿਜ਼ਕ ਦਾ ਦਾਤਾ ਬਣਾਇਆ, ਬ੍ਰਹਮਾ ਨੂੰ ਸੰਸਾਰ ਦੀ ਉਤਪਤੀ ਦਾ ਮਾਲਕ ਬਣਾਇਆ। ਤੇ ਸਤਿਗੁਰ ਕਹਿੰਦੇ ਨੇ ਇਹ ਰਾਜ ਵੀ ਨਹੀਂ ਚਾਹੀਦਾ। ਕਿਸੇ ਨੂੰ ਮਾਰਨਾ ਪੈਂਦਾ, ਕਿਸੇ ਨੂੰ ਧਨ ਦੇਣਾ ਪੈਂਦਾ, ਕਿਸੇ ਨੂੰ ਰਿਜ਼ਕ ਦੇਣਾ ਪੈਂਦਾ। मैं तो तेरे विच अभेद होना, राज ना चाहूं, मुक्त ना चाहूं। हुण जेड़े मुक्ति दी इच्छा रख के बंदगी करदे ने, वो भी अड़चन है, नहीं मिलती। इच्छा तो है ना, तुसी काम दी इच्छा नहीं रखी, मुक्ति दी रख ली, गल तो इच्छा दी है, बात तो इच्छा की है। तो कहते ने की चाहिए, कहते मन प्रीत चरण कमलारे, कहता मालका मैनू तो प्यार ही बना ला, ते आपदे चरणां दी छोड़ बस। मैं ना देवता बनना, ना भगवान बनना, ना मैं धर्म राजा बनना, ना मैं राजा बनना, ना मैनू तरलोकी दा राज चाहिए, ना मैनू संसार दा राज चाहिए, मैनू तो केवल सुगंधी बना। ये तीन सुन ने जिन्होंने असीं पार करना। चौथा सुन आपे प्राप्त हो जाना। चौथे पद में सो जन गत पावे, ये चौथा पद है सुन दा। पहला मन सुन होया ते शरीर भी सुन हो गया। जे हुण शरीर सुन ना होए ते किते खारश होएगी, किते खुरक होएगी, किते पसीना आएगा, तो फिर कादा मन सुन होया? शरीर मन नूं फिर खड़ा कर दे। थक गया, किस अवस्था च पिया, पासा मोड़ना। जदों मन सुन होएगा ते नाल दी नाल ओदे नाल कनैक्शन है, शरीर भी सुन हो जाएगा। ये ब्रह्म ज्ञान है, आम बंदे दे समझ नहीं होना। जदों मन सुन होएगा ते शरीर भी सुन होएगा। ते सतगुर कहंदे ने इत्थे ही ना रुक जी, इहनूं सुन ना समझ ली। एक सुन इहदे तो अगे होर होनी है। जिहड़ा धार्मिक लोग ब्रह्म दे मार्ग ते तुरे होए लोग आपदा अधिकार समझ बैठे ने, ये तो साडा अधिकार है। असी तो ये दो सुन प्राप्त ही इसलिए कीते ने क्योंकि असी मुक्ति लेनी है। तो इच्छा तो फिर रह गई मुक्ति की, इच्छा तो फिर रह गई। इच्छा तो रखनी नहीं, रब होना, मिट जाना, सुगंधी बन जाना। एक फुल बीज सी, बीज बन के पौधा बनया। समा थोड़ा रह गया। बीज बन के वो पौधा बनया। पौधा बनन तो बाद उन्हें फुल लगा। फुल बड़ा सोहना खिलिया, हवा दे विच लहरावे, पर उस फुल नूं पता सी मरना मैं भी है।
उस पौधे नूं पता सी सुकना मैं भी। पौधे के अंदर एक ख्वाहिश पैदा हो गई, कहने लगे अजीब पौधा जीव ही है, कोई ऐसा कर जा तेरा ये पौधा बन के मरना खिलना भावें खत्म भी हो जाए, पर कुछ ऐसा कर जा जिहदे नाल तू अमर हो जाए, जिहदे नाल तू मिटन तो बाद भी तेरा ना रह जाए। हुण ऐसा पौधा की करे? पौधा वध तो वध वड्डा हो सकदा सी, फुल बन सकदा सी, 20 दिन 25 दिन 30 दिन महीना आपदे फुल नूं कायम रख सकदा सी, पर मौसम बदलना सी, जेठ हाड़ आने सी, मीह घट जाने सी, पौधा ना सुकना तो कन्फर्म सी कदों तक। पर ऐसा की करे जिहदे नाल ओहदा उगया खिड़िया प्रवान हो जाए। तो पौधे दे कोलों कोई संत तुरिया जांदा सी, संत ते पौधे ने पुकार की, कहंदा संत जी मैनू दसो, मैं मर जाना है, मैनू पता है मैं मिट जाना है, मेरी 4 दिन की जवानी है ये खत्म हो जानी है, मैं कुछ ऐसा कर जा जिहदे नाल मैनू सुकून मिले, जिहदे नाल मेरा इत्थे जम्मिया आया मेरा प्रवान हो जाए। ते संत कहने लगे पक्का करना चाहना है कुछ? कहंदे जी महाराज करना चाहना। कहंदा तू एक काम कर, इस कायनात विच इन्नी सुगंधी वंड दे, ये तेरी सुगंधी कदे खत्म नहीं होनी। शरीर मर जाएगा, फुल मर जाएगा, बूटा मर जाएगा, पर सुगंधी एक बारी कायनात च घुल गई, दुनिया की कोई ताकत वो सुगंधी नूं कायनात चों खत्म नहीं कर सकती। तो संत की करदा है? संत नूं पता है मेरा जीवन सीमित है, बेशक मैं ब्रह्म ज्ञानी बन गया, ब्रह्म बन गया, पर मैं भी जाना है, मैं भी जाना है की कर जा, मैं ऐसी सुगंधी बन जा जिहड़ी मेरे जान तो बाद भी जदों कोई मेरी गल करे उस गल दे विचों भी ओनू बचन करे, ओहदे विचों भी ओनू सुगंधी आवे, मिठास आवे, मेरा बचन किसी नू मार्ग दसे, मेरा बचन किसी नू राह दसे, मेरा बचन किसी नू रस्ता दसे, किसी नू चिकड़ चो कढ़ के कमल बनावे, किसी नू संसार चो कढ़ के ब्रह्म बनावे। ये संत दी इच्छा है, ये सच्ची सुच्ची इच्छा होती है संत दी। संत दी सुगंधी की है? संत दी सुगंधी ओदा ऐसा कर्म, ऐसे वचन, ऐसियां जुगतियां, ऐसे तरीके जिहड़े संसार नूं मोह लैण ते ब्रह्म होण लई मजबूर करन, इस मार्ग ते तुरन लई मजबूर करन। ये सुगंधी। तो तुसी सारे संत हो, तुसी सारे महात्मा हो। महात्मा कौन है? जिहड़ी आत्मा महान हो गई, उस परमात्मा च अभेद हो गई, हो रही है, उस मार्ग ते तुरी है। वो वक्री गल है, कोई 30 नंबर लेके पास होया है, कोई 40 लेके पास होया है, पास तो सारे हो, संत तो सारे ही हो तुसी। कोई डॉक्टर बन के निकल गया, किसी ने बन जाना है, किसी का दूजा साल है, किसी का तीजा साल है, MBBS तो सब दी एडमिशन हो चुकी है। तो भगवान करे ऐसी सुगंधी, ये निशानियां ने सुन मिलिया समदर्शी, पावन रूप हो जाओगे। जदों तुसी इस सुन दे मार्ग ते तुर पे, ये तिन्ने सुन जदों तुसी पार कर लिया ते चौथे सुन दे विच तुसी
ਪਾਵਨ ਰੂਪ ਉਸ ਪਰਮਾਤਮਾ ਦਾ ਰੂਪ ਹੋ ਜਾਓ। ਇਹ ਭੇਦ ਨਹੀਂ ਖੋਲਦਾ ਕੋਈ, ਇਹ ਭੇਦ ਖੋਲਦਾ ਹੀ ਨਹੀਂ। ਮੈਂ ਇੰਟਰਨੈਟ ਤੇ ਸ਼ਬਦ ਦੀ ਵਿਆਖਿਆ ਵੇਖੀ, ਸਾਰੀ ਗਲਤ, ਸਾਰੀ ਗਲਤ, ਕੁਝ ਹੋਰ ਹੀ ਲਿਖਿਆ ਪਿਆ। ਕੀ ਮਾਰਗ ਦਰਸ਼ਨ ਕਰੇਗੀ ਬਾਣੀ ਜਦੋਂ ਤੁਸੀਂ ਆਪ ਸੁਣ ਚ ਗਏ ਨਹੀਂ ਤੇ ਤੁਹਾਨੂੰ ਸੁਣ ਦਾ ਪਤਾ ਹੀ ਨਹੀਂ। ਆਪ ਤੁਹਾਡੇ ਮਨ ਦੇ ਫੁਰਨੇ ਰੁਕੇ ਨਹੀਂ, ਆਪ ਤੁਹਾਡੇ ਦਿਮਾਗ ਦੀ ਟ੍ਰੈਫਿਕ ਰੁਕੀ ਨਹੀਂ, ਤੇ ਤੁਸੀਂ ਲਿਖ ਕਿਵੇਂ ਸਕਦੇ ਹੋ? ਇਹ ਤਾਂ ਜਿਹੜਾ ਸੁਣ ਚ ਗਿਆ ਉਹ ਲਿਖੇਗਾ ਨਾ। ਜਦੋਂ ਉਹ ਵਿਆਖਿਆ ਕਰੇਗਾ ਬਾਣੀ ਦੀ, ਇਨਸਾਫ ਫਿਰ ਹੋਣਾ, ਇਨਸਾਫ ਫਿਰ ਹੋਣਾ। ਇਹ ਵੀ ਕਚਹਿਰੀ ਹੈ। ਜੇ ਤੁਸੀਂ ਇਮਾਨਤ ਵਿੱਚ ਖਿਆਨਤ ਕਰ ਗਏ, ਜਿਸ ਭਾਵਨਾ ਨਾਲ ਪਾਤਸ਼ਾਹ ਨੇ ਸ਼ਬਦ ਲਿਖਿਆ, ਤੁਸੀਂ ਉਹ ਭਾਵਨਾ ਸਹੀ ਨਹੀਂ ਪੇਸ਼ ਕਰ ਰਹੇ, ਤਾਂ ਸਮਝੋ ਅਮਾਨਤ ਵਿੱਚ ਖਿਆਨਤ ਕਰ ਰਹੇ ਹੋ। ਬੇਈਮਾਨੀ ਦਾ ਤੁਹਾਨੂੰ ਦੋਸ਼ ਲੱਗੇਗਾ। ਜਾਂ ਤਾਂ ਹੱਥ ਹੀ ਨਾ ਪਾਓ ਉਹਨੂੰ, ਤੇ ਜਾਂ ਫਿਰ ਉਹਦੇ ਨਾਲ ਇਨਸਾਫ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸ਼ਬਦ ਅੱਗੇ ਵੀ ਹੈ, ਬਹੁਰ ਹਮ ਕਾਹੇ ਆਵਾਂਗੇ, ਫਿਰ ਅਸੀਂ ਕਿਉਂ ਆਉਣਾ। ਜਦੋਂ ਚੌਥੇ ਪਦ ਨੂੰ ਪ੍ਰਾਪਤ ਹੋ ਗਏ, ਚੌਥੀ ਤੀਜੀ ਤਿੰਨ ਸੁਣ ਅਸੀਂ ਪਾਰ ਕਰ ਲਈਆਂ, ਚੌਥੀ ਤੋਂ ਬ੍ਰਹਮ ਹੈ, ਫਿਰ ਅਸੀਂ ਆਉਣਾ ਹੀ ਕਿਉਂ ਹੈ। ਆਵਣ ਜਾਣਾ ਹੁਕਮ ਤਿਸੇ ਕਾ, ਹੁਕਮ ਹੈ ਬੂਝ ਸਮਾਵੇਂਗੇ। ਇਹ ਉਹਦਾ ਹੀ ਹੁਕਮ ਸੀ, ਆਉਣਾ ਤੇ ਜਾਣਾ। ਤਿੰਨੇ ਸੁਣ ਉਹਨੇ ਹੀ ਪਾਰ ਕਰਾਈਆਂ ਨੇ। ਸੁਣ ਦਾ ਸਾਨੂੰ ਗਿਆਨ ਕਿੱਥੇ ਸੀ? ਅਸੀਂ ਤਾਂ ਬੁੱਧੀਹੀਨ ਲੋਕ ਸਾਂ। ਸੰਸਾਰ ਦੇ ਵਿੱਚ ਸਾਡੀ ਬੁੱਧੀ ਅਵਲ ਸੀ, ਬ੍ਰਹਮ ਵਾਸਤੇ ਸਾਡੀ ਬੁੱਧੀ ਜ਼ੀਰੋ ਸੀ। ਸਾਨੂੰ ਪਤਾ ਹੀ ਨਹੀਂ ਸੀ। ਇਹ ਤਾਂ ਪਤਾ ਹੀ ਹੋਣ ਲੱਗਾ, ਉਹਨੇ ਇਹ ਜਨਮ ਹੀ ਸੁਣਨ ਵਾਸਤੇ ਦਿੱਤਾ ਸੀ ਕਿ ਇਹ ਜਨਮ ਚ ਤੂੰ ਸੁਣ ਪ੍ਰਾਪਤ ਕਰੇਂਗਾ। ਇਹ ਸਤਿਗੁਰ ਦੇ ਬਚਨ ਨੇ ਕਿ ਇਹ ਜਨਮ ਹੀ ਇਸ ਕਰਕੇ ਮਿਲਿਆ। ਬੁੱਝ ਆ ਲਿਆ, ਬੁੱਝ ਲਿਆ, ਬੂਝ ਸਮਾਵਾਂਗੇ। ਹੁਕਮ ਹੈ ਬੂਝ, ਹੁਕਮ ਨੂੰ ਬੁੱਝ ਲਿਆ ਕਿ ਅਸੀਂ ਉਹਦੇ ਵਿੱਚ, ਉਸ ਸੁਣ ਵਿੱਚ ਸਮਾ ਕੇ ਆਪਣੇ ਪ੍ਰਭੂ ਪਿਤਾ ਪਰਮਾਤਮਾ ਦੇ ਵਿੱਚ ਅਪੇਧ ਹੋਣਾ। ਭੁੱਲਨ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੇਵ ਮਹਾਰਾਜ ਕੀ ਜੈ। श्री चंद्र भगवान साहिब जी की जय।